ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੇ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੇ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੇ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ, ਪਰਮ ਪਰਾਵਰਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਡਿਆਗੀ, ਪਾਵੈ ਗਤ ਵਿਸ਼ਰਾਮ। ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਚਾਦਰ ਦਿਸਾ ਕਿਨੋਂ ਬਲ ਆਪਣਾ, ਤੇਰੇ ਉੱਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਨ ਸਭ ਮੇਟੇ। ਦਿਆਲ ਪੁਰਖ ਬਖਸ਼ੰਦ ਰਹਾਉ। ਜੋ ਮੰਗੇ ਠਾਕਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਵਾਹਿਗੁਰੂ ਜੀ। ਚਾਦਰ ਦਿਸਾ ਕੀਨੋ ਬਲ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣ ਨਿਧਾਨ ਦੀਨਾ ਬੰਧੂ, ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰਬੰਧਕਾਂ ਦੇ ਸੁਰੇਸ਼ਟ ਉਦਮ ਦੁਆਰਾ ਚੱਲ ਰਹੇ ਸ਼ਾਮ ਦੇ ਦੀਵਾਨਾਂ ਵਿੱਚ ਸ਼੍ਰੀ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਰਾਗੀ ਸਿੰਘਾਂ ਤੋਂ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਰੂਪੀ ਪਾਵਨ ਬਾਣੀ ਦਾ ਕੀਰਤਨ ਔਰ ਜੋ ਲੱਖੀ ਜੰਗਲ ਵਿੱਚ ਪੜੀ ਹੋਈ ਸਾਧਿਆ ਉਸ ਦਾ ਕੀਰਤਨ ਸ਼ਰਵਣ ਕੀਤਾ ਹੈ। ਇਹ ਜਿਹੜੇ ਦਿਨ ਚੱਲ ਰਹੇ ਆ, ਕਿਉਂਕਿ 5 ਪੋਹ ਦੀ ਰਾਤ ਨੂੰ
ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਤਿਆਗ ਕੀਤਾ ਗਿਆ। 8 ਮਹੀਨੇ ਲਗਾਤਾਰ ਦੁਸ਼ਟ ਫੌਜਾਂ ਦਾ ਘੇਰਾ ਪਿਆ ਰਿਹਾ। ਬੁਰੀ ਭੂਖ ਕੀ ਮੌਤ ਕਹਾਣੀ, ਦੀਨ ਅਮਾਨ ਕਰਤ ਸਭ ਖਾਨੇ। ਇਹ ਭੁੱਖ ਐਸੀ ਹੈ, ਦੀਨ ਅਮਾਨ ਖਤਮ ਕਰ ਦਿੰਦੀ ਹੈ। ਇਹ ਤਾਂ ਮਹਾਰਾਜ ਨੇ ਖਾਲਸੇ ਨੂੰ ਬਖਸ਼ਾਂ ਕੀਤੀਆਂ, ਨਹੀਂ ਤਾਂ ਇਨਸਾਨ ਧਰਮ ਨੂੰ ਪਿੱਠ ਦੇ ਜਾਂਦਾ ਹੈ। ਫਿਰ ਵੀ ਐਸਾ ਸਮਾਂ ਬਣਿਆ, ਕੁਝ ਸਿੰਘ ਜਿਹੜੇ ਸੀ ਉਹ ਗੁਰੂ ਮਹਾਰਾਜ ਨੂੰ ਬੇਦਾਵਾ ਦੇ ਗਏ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨੇ। ਜਦੋਂ ਘਰਾਂ 'ਚ ਗਏ, ਬਜ਼ੁਰਗ ਮਾਤਾ ਪਿਤਾ ਸੰਗਤਾਂ ਆਈਆਂ, ਫੇਰ ਕਿਵੇਂ ਆਏ ਆ? ਉੱਥੇ ਤਾਂ ਜੰਗ ਜਾਰੀ ਹੈ, ਧਰਮ ਯੁੱਧ ਚੱਲ ਰਿਹਾ, ਬਹੁਤ ਲਾਹਨਤਾਂ ਪਾਈਆਂ। ਹੁਣ ਬੜੇ ਸ਼ਰਮਸਾਰ ਵੀ ਹੈ। ਇਹ ਸਮਾਂ ਸੀ ਵਫਾਦਾਰੀ ਦਾ, ਤੇ ਹੁਣ ਵਿੱਚੇ ਛੱਡ ਕੇ ਆ ਗਏ ਹਾਂ। ਫਿਰ ਮਾਤਾ ਭਾਗ ਕੌਰ ਜੀ ਨੇ ਐਸੀ ਤਕਰੀਰ ਕੀਤੀ ਸੀ, ਇਹਨਾਂ ਦੀ ਸੁੱਤੀ ਆਤਮਾ ਨੂੰ ਜਗਾਇਆ, ਝੰਜੋੜਿਆ, ਔਰ ਆਪ ਮਰਦਾਮਾ ਭੇਸ ਕਰਕੇ ਤਿਆਰ ਪਰ ਤਿਆਰ ਹੋ ਕੇ ਸਰਦਾਰ ਮਾਨ ਸਿੰਘ ਤਥਾ ਜਿੰਨੇ ਸਿੰਘ ਸੀ ਇਹਨਾਂ ਦੀ ਕਮਾਂਡ ਕੀਤੀ। ਫਿਰ ਉਹਨਾਂ ਨੂੰ ਮੁਕਤਸਰ ਦੇ ਜੰਗ ਸ਼ਹੀਦੀਆਂ ਦੇ ਕੇ ਕਿਵੇਂ ਸਾਨੂੰ ਬਣਾਇਆ, ਇਹ ਅਗਲੇ ਪ੍ਰਸੰਗ ਆ। ਸੋ ਜਦੋਂ 8 ਮਹੀਨੇ ਘੇਰਾ ਰਿਹਾ, ਇਹ ਨਹੀਂ ਦੇਖਿਆ ਵੀ ਹੁਣ ਜੰਗ ਕਰਕੇ ਤਾਂ ਅਸੀਂ ਜਿੱਤ ਨਹੀਂ ਸਕਦੇ। ਉਹਨਾਂ ਨੇ ਫਿਰ ਇੱਕ ਸਕੀਮ ਖੇਲੀ ਕਿ ਜਿਹੜਾ ਧਰਮੀ ਪੁਰਖ ਹੁੰਦਾ ਉਹ ਧਰਮ ਦੀ ਆਣ ਨੂੰ ਨਹੀਂ ਤੋੜਦਾ। ਉਹ ਸਾਧ ਸੰਗਤ ਜੀ, ਤੁਸੀਂ ਇਸ ਤਰ੍ਹਾਂ ਬਰਸੀ ਨਾ ਕਰੋ, ਸਟੈਂਡ ਚੁੱਪ ਕਰਕੇ ਰੱਖ ਦਿਓ। ਉਹ ਸਾਧ ਸੰਗਤ ਜੀ ਇੱਧਰ ਜਿਹੜੇ ਪਹਾੜੀ ਰਾਜੇ ਸੀ, ਇਹ ਆਟੇ ਦੀ ਗਊ ਬਣਾ ਕੇ ਸਾਡੀ ਯਾਦ ਰੱਖੋ। ਉਧਰ ਔਰੰਗਜ਼ੇਬ ਨੇ ਮੁਹੰਮਦ ਦੀਆਂ ਕੁਰਾਨ ਸ਼ਰੀਫ ਦੀਆਂ ਸੌਹਾਂ ਖਾ ਕੇ ਇੱਕ ਵਾਰੀ ਅਨੰਦਪੁਰ ਛੱਡ ਜਾਓ ਤੇ ਸਾਡੀ ਇੱਜ਼ਤ ਰਹਿ ਜਾਏ। ਤੇ ਵਿੱਚੋਂ ਸਿੰਘ ਵੀ ਕਹਿੰਦੇ ਮਹਾਰਾਜ ਹੁਣ ਆਪ ਉਹ ਬੇਨਤੀ ਕਰ ਰਹੇ ਆ। ਮਹਾਰਾਜ ਕਹਿਣ ਲੱਗੇ ਕਪਟੀ ਹੈ, ਅਸੀਂ ਸਭ ਜਾਣਦੇ ਹਾਂ ਜੋ ਇਹ ਕਰਨਾ ਚਾਹੁੰਦੇ ਆ। ਜਦੋਂ ਫਿਰ ਸਾਰਿਆਂ ਨੇ ਬਹੁਤ ਬੇਨਤੀਆਂ ਕੀਤੀਆਂ ਤੇ ਮਹਾਰਾਜ ਨੇ ਕਿਹਾ ਚੰਗਾ ਭਈ, ਸਾਡਾ ਖਜ਼ਾਨਾ ਪਹਿਲਾਂ ਜਾਊਗਾ। ਊਠ ਬੈਲ ਗੱਡੀਆਂ ਤਿਆਰ ਕਰਕੇ, ਜਿੰਨੇ ਮਰੇ ਹੋਏ ਜਾਨਵਰਾਂ ਦੇ ਹੱਡ ਸੀ, ਔਰ ਜੁੱਤੀਆਂ ਪਾਟੇ ਪੁਰਾਣੇ ਕੱਪੜੇ, ਉਹ ਗੂਣਾਂ 'ਚ ਭਰ ਕੇ ਤੇ ਲੱਦ ਦਿੱਤੇ। ਬੈਲਾਂ ਦੇ ਸਿੰਗਾਂ ਦੇ ਉੱਤੇ 2-2 ਮਸਾਲਾਂ ਜਗਾਤੀਆਂ ਵਿਧੀ ਨੂੰ, ਬਹੁਤ ਸੁੰਦਰ ਝੁੱਲ ਪਾ ਦਿੱਤੇ, ਢੱਕ ਦਿੱਤਾ ਉਹਨਾਂ ਨੂੰ ਵੀ ਗੁਰੂ ਕਾ ਖਜ਼ਾਨਾ ਜਾ ਰਿਹਾ ਤੇ ਬਾਅਦ 'ਚ ਅਸੀਂ ਆਵਾਂਗੇ। ਇਹ ਹੁਣ ਲੋਕ ਲੋਭ ਲਹਿਰਾਤ ਨਿਜ ਰਵਾਜਿਆ, ਕਾਇਆ ਡੁੱਬਿਆ ਕੇਸ ਵਾਇਸੇ, ਲੁੱਟਣ ਪੈ ਗਏ। ਜਿਹੜੇ ਲੁਕੋ ਲੁਕੋ ਕੇ ਖੋਲਿਆ ਤਾਂ ਗੰਦ ਫਿਲ ਇਹਨਾਂ ਦੇ ਮੱਥੇ ਲੱਗਾ। ਬੜੇ ਸ਼ਰਮਸਾਰ ਹੁੰਦੇ, ਬੜੇ ਸ਼ਰਮਿੰਦੇ ਹੋਏ।
ਤੇ ਮਹਾਰਾਜ ਨੇ ਕਿਹਾ ਇਹ ਕਪਟੀ ਬੰਦੇ ਆ। ਅਖੀਰੀ ਫਿਰ ਮਾਤਾ ਜੀ ਦਾ ਵੀ ਹੁਕਮ ਹੋ ਗਿਆ ਕਿ ਹੁਣ ਤਾਂ ਆਪ ਬੇਨਤੀਆਂ ਕਰਦੇ। ਮਹਾਰਾਜ ਕਹਿੰਦੇ ਮਾਤਾ ਜੀ ਦੇਖ ਲਓ, 40 ਦਿਨ ਕੱਟ ਲਓ, 8 ਦਿਨ ਕੱਟ ਲਓ, 8 ਪੈਰ ਫੌਜ ਵਿੱਚ ਹੈਜਾ ਪੈ ਗਿਆ। ਇਹ ਪਹਾੜੀਏ ਵੀ ਅੱਕੇ ਪਏ ਆ, ਕਿਉਂ ਖਰਚਾ ਸਾਰਾ ਇਹਨਾਂ ਤੇ ਪੈ ਰਿਹਾ। ਤੇ ਜਿਹੜੀਆਂ ਮੁਗਲੀਆ ਫੌਜਾਂ ਉਹ ਵੀ ਹੁਣ ਹਾਰ ਹੰਭ ਗਈਆਂ। ਤੇ ਤੁਸੀਂ ਸਬਰ ਕਰੋ, ਇਹ ਹੁਣ ਭੱਜਣ ਵਾਲੀ ਹੈ। ਉਸ ਵੇਲੇ ਫਿਰ ਸਾਰੇ ਇਸ ਤਰ੍ਹਾਂ ਕਾਲੇ ਪੈ ਗਏ। ਮਹਾਰਾਜ ਕਹਿੰਦੇ ਤੁਹਾਡੀ ਮੌਜ ਆ, ਪਰ ਇਹ ਬੜਾ ਕਸ਼ਟ ਦਾ ਸਮਾਂ ਬਣ ਜਾਣਾ। ਜਦੋਂ ਫਿਰ ਚੱਲੇ ਉਹਨਾਂ ਨੇ ਹਮਲਾ ਕਰਤਾ। ਅਖੀਰ ਮਹਾਰਾਜ ਜੰਗ ਲੜਦੇ ਲੜਦੇ ਤੇ ਨਰਮੋਗੜ੍ਹ ਠੇਰੀ ਪਹੁੰਚੇ। ਉੱਥੇ ਜੰਗ ਹੋਇਆ ਘਮਸਾਣ ਦਾ, ਪਰਿਵਾਰ ਵਿਛੋੜਾ। ਇੱਥੇ ਸ਼੍ਰੀ ਮਾਤਾ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ, ਪਰਿਵਾਰ ਵਿਛੋੜਾ ਪੈ ਗਿਆ। ਇੱਧਰ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਜਿਹੜੇ ਸੀ ਮਹਾਰਾਜ ਦੇ ਨਾਲ ਜੰਗ ਕਰਦਿਆਂ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਘੇਰੇ 'ਚ ਆ ਗਏ। ਫਿਰ ਭਾਈ ਸਾਹਿਬ ਭਾਈ ਮਨੀ ਸਿੰਘ, ਉਹਨਾਂ ਦੇ ਸਪੁੱਤਰ ਮਹਾਰਾਜ ਦੇ ਮਹਾਨ ਜਰਨੈਲ ਬਾਬਾ ਉਦੇ ਸਿੰਘ ਜੀ, ਉਹਨਾਂ ਨੂੰ ਹੁਕਮ ਹੋਇਆ ਕਿ ਤੁਸੀਂ ਹੁਣ ਦੁਸ਼ਟਾਂ ਨੂੰ ਪਛਾੜੋ। ਉਹਨੇ ਫਿਰ ਜੰਗ ਕਰਦਿਆਂ ਸਾਹਿਬਜ਼ਾਦੇ ਨੂੰ ਸੁਰੱਖਿਅਤ ਬਾਹਰ ਕੱਢਿਆ। ਉਹ ਸੁਰੱਖਿਅਤ ਹੋ ਕੇ ਜੰਗ ਕਰਦੇ ਰਹੇ, ਪਰ ਦੁਸ਼ਟਾਂ ਦੀਆਂ ਬੜੀਆਂ ਫੌਜਾਂ ਆ ਗਈਆਂ ਤੇ ਬਾਬਾ ਉਦੇ ਸਿੰਘ ਦਾ ਸਾਰਾ ਸਰੀਰ ਹੀ ਬਿਨਿਆ ਗਿਆ। ਇੱਥੋਂ ਫਿਰ ਉਹ ਜੰਗ ਲੜਦੇ ਲੜਦੇ ਮਜਾਰੀ ਪਿੰਡ ਇੱਧਰ ਚਲੇ ਗਏ। ਉੱਥੇ ਜਾ ਕੇ ਫਿਰ ਉਹਨਾਂ ਦਾ ਸਰੀਰ ਠੰਡਾ ਹੋਇਆ। ਉੱਥੇ ਉਹਨਾਂ ਦਾ ਉਹ ਸ਼ਹੀਦੀ ਸਥਾਨ ਬਣਿਆ। ਹੁਣ ਉਹ ਗੁਰਦੁਆਰਾ ਸਾਹਿਬ ਦੀ ਵੀ ਸੇਵਾ ਹੋ ਗਈ ਹੈ ਤੇ ਮਹਾਰਾਜ ਪ੍ਰਕਾਸ਼ ਹੈ। ਤੇ ਉੱਥੇ ਇੱਕ ਪਾਰਜਾਤ ਦਾ ਬ੍ਰਿਕਸ਼ ਹੁੰਦਾ ਸੀ, ਬਹੁਤ ਵੱਡਾ, ਕਿੰਨਾ ਮੀਂਹ ਪਵੇ ਉਹ ਵੀ ਥੱਲੇ ਨਹੀਂ ਸੀ। ਹੁਣ ਫਿਰ ਉਹ ਸੁੱਕ ਗਿਆ ਤੇ ਉਹ ਮਹਾਰਾਜ ਦੀ ਵੈਸੀ ਲੀਲਾ, ਉਹਦੀ ਫਿਰ ਅੰਦਰੋਂ ਜੜ ਨਿਕਲ ਕੇ ਤੇ ਉਹ ਗਾਂ ਫੇਰ ਪ੍ਰਗਟ ਹੋਇਆ। ਹੁਣ ਬੂਟਾ ਸੋਹਣਾ ਬਣਿਆ ਤੇ ਸੂਬੇਦਾਰ ਆ ਪਿੰਡ 'ਚੋਂ ਸੇਵਾ ਕਰਦੇ ਆ ਤੇ ਉੱਥੇ ਖੜ ਕੇ ਬਾਕ ਲੈਂਦੇ ਆ। ਉਹ ਬਹਿ ਕੇ ਨਹੀਂ, ਇੰਨਾ ਸਤਿਕਾਰ ਕਰਦੇ। ਇੱਕ ਬੌਲੀ ਹੈ, ਉਹਦਾ 24 ਘੰਟੇ ਪਾਣੀ ਵਗਦਾ ਰਹਿੰਦਾ। ਕੋੜੀਆਂ ਦੇ ਕੋੜ ਵੀ ਦੂਰ ਹੁੰਦੇ ਆ ਇਸ਼ਨਾਨ ਕਰਨੇ ਨੂੰ। ਉੱਥੇ ਉਹਨਾਂ ਦਾ ਸ਼ਹੀਦ ਗੰਜ ਹੈ। ਤੇ ਬਾਕੀ ਫਿਰ ਇੱਧਰ ਸਰਸਾ ਨਦੀ 'ਚ ਹੜ੍ਹ ਆਇਆ ਹੋਇਆ ਸੀ, ਉੱਥੇ ਵੀ ਨੁਕਸਾਨ ਹੋਇਆ। ਤੇ ਅੱਜ ਇੱਥੇ 6 ਆ ਤੇ ਉੱਧਰ 7 ਪੋਹ। ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ, ਉਹ ਜਿਹੜਾ ਕੁੰਮਾ ਮਾਸ਼ਕੀ ਸੀ, ਉਹਦੀ ਝੌਂਪੜੀ ਜਿੰਨੀ ਸਰਦੀ ਦੇ ਵਿੱਚ ਮਾਤਾ ਜੀ ਫਿਰਦੇ ਆ। ਸਾਹਿਬਜ਼ਾਦੇ ਮਾਸੂਮ ਆ, ਉੱਥੇ ਰਾਤ ਕੱਟੀ ਹੈ। ਇੱਥੋਂ ਫਿਰ ਉਹ ਜਿਹੜਾ ਗੰਗੂ ਰਸੋਈਆ ਸੀ, ਉਹ ਆਪਣੇ ਪਿੰਡ ਲੈ ਗਿਆ। ਤੇ ਮਾਇਆ ਦੀ ਖੁਰਜੀ ਸੀ, ਉਹ ਲੁਕੋ ਲਈ, ਰੌਲਾ ਪਾਤਾ, ਚੋਰ ਚੋਰ। ਮਾਤਾ ਜੀ ਕਹਿੰਦੇ ਮੈਂ ਤਾਂ ਜਾਗਦੀ ਬੈਠੀ ਹਾਂ, ਠੰਡ ਆ। ਤੇ ਸਾਹਿਬਜ਼ਾਦੇ ਨੂੰ ਗੋਦੀ 'ਚ ਲਿਆ ਹੋਇਆ ਤੇ ਚੋਰ ਤਾਂ ਕੋਈ ਆਇਆ ਨਹੀਂ ਗੰਗਿਆ। ਹਾਂਜੀ, ਵੀ ਕਿਉਂ ਰੌਲਾ ਪਾਉਣਾ, ਜੇ ਤੈਨੂੰ ਹੈਗਾ ਤੇ ਸਾਂਭ ਲਾ, ਕੋਈ ਗੱਲ ਨਹੀਂ। ਫਿਰ ਉਹ ਪੁੱਠਾ ਸਿੱਧਾ ਬੋਲਿਆ, ਮੈਂ ਤੁਹਾਨੂੰ ਪਨਾਹ ਦਿੱਤੀ ਤੇ ਤੁਸੀਂ ਮੈਨੂੰ ਹੀ ਉਲਟਾ। ਇਹਨ ਜਾ ਕੇ ਫਿਰ ਉਹ ਮਰਿੰਡੇ ਦੇ ਜਿਹੜੇ ਹੈਗੇ ਸੀ ਸ਼ਾਸਲ ਵੇਗ, ਬਾਸ਼ਲ ਵੇਗ, ਜਾਨੀ ਮਾਨੀ ਖਾਂ, ਸ਼ਿਕਾਇਤ ਕਰਕੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਇਆ ਕਿ ਹੋਰ ਇਨਾਮ ਮਿਲੇਗਾ। ਉਹ ਫਿਰ ਉੱਥੇ 13 ਪੋਹ ਦਾ ਜਿਹੜਾ ਸਾਕਾ ਉਹ ਵੱਖਰਾ ਆ। ਤੇ ਇੱਧਰ ਸੱਚੇ ਪਾਤਸ਼ਾਹ ਜੰਗ ਲੜਦੇ ਹੋਏ ਤੇ ਭੱਠਾ ਸਾਹਿਬ ਆ ਗਏ। ਭਾਈ ਸਾਹਿਬ ਭਾਈ ਮਨੀ ਸਿੰਘ ਦੇ ਦੂਸਰੇ ਸਪੁੱਤਰ ਬਾਬਾ ਬਚਿੱਤਰ ਸਿੰਘ ਜੀ ਬਹੁਤ ਜ਼ਖਮੀ ਹੋ ਗਏ ਸੀ। ਤੇ ਉਹ ਜਿਹੜਾ ਨਿਹੰਗ ਖਾਂ ਉੱਥੇ ਦਾ ਨਵਾਬ ਸੀ,
ਉਹ 6ਵੇਂ ਪਾਤਸ਼ਾਹ ਦੁਆਰਾ ਹੀ ਉਹਨਾਂ ਦੀ ਪੀੜ੍ਹੀ ਚੱਲੀ ਸੀ। ਉੱਥੇ ਫਿਰ ਮਾਰਿਆ ਗਏ ਅਤੇ ਉਹ ਬਾਹਰੋਂ ਮਜ਼ਦੂਰ ਸੀ, ਪੁੱਛਿਆ ਰਹਿਣ ਲਈ ਜਗ੍ਹਾ, ਉਹਨੇ ਕਹਿਤਾ ਭੱਠਾ। ਉਹ ਮਹਾਰਾਜ ਦੇ ਘੋੜੇ ਨੇ ਪੌੜ ਮਾਰੇ, ਠੰਡਾ ਹੋ ਗਿਆ। ਉੱਥੇ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਕੀਤਾ, ਜਿਹੜੇ ਕੇਸ ਸੀਗੇ ਕੀਤੇ ਤੋਂ ਫਟ ਗਿਆ ਅਤੇ ਵਿੱਚ ਹੀ ਅਲੋਪ ਹੋ ਗਿਆ। ਅੱਜ ਵੀ ਉਹ ਨਿਸ਼ਾਨ ਉੱਥੇ ਹੈਗੇ। ਹੁਣ ਤਾਂ ਬਹੁਤ ਸੁੰਦਰ ਗੁਰਦੁਆਰਾ ਭੱਠਾ ਸਾਹਿਬ ਬਣਿਆ। ਫਿਰ ਉਹ ਆਪਣੇ ਕਿਲ੍ਹੇ 'ਚ ਲੈ ਗਿਆ ਅਤੇ ਇੱਧਰ ਵੀ ਫੌਜਾਂ ਤਲਾਸ਼ੀ ਲੈ ਆਈਆਂ, ਅਤੇ ਪਰ ਉਸਨੇ ਬੜੀ ਵਫਾਦਾਰੀ ਦਿਖਾਈ ਹੈ। ਅਤੇ ਭਾਈ ਬਚਿੱਤਰ ਸਿੰਘ ਨੂੰ ਉੱਥੇ ਛੱਡ ਗਏ ਵੀ ਇਹਦੀ ਸੇਵਾ ਕਰਿਓ, ਸਾਡੀ ਸੇਵਾ। ਉਹ ਫਿਰ ਉੱਥੇ ਹੀ ਸ਼ਹੀਦ ਹੋਏ ਆ। ਉਹਨਾਂ ਦਾ ਵੀ ਅੰਦਰ ਅਸਥਾਨ ਗੁਰਦੁਆਰਾ ਸਾਹਿਬ ਬੜਾ ਸੁੰਦਰ ਬਣਿਆ ਹੋਇਆ ਹੈ। ਇੱਥੋਂ ਫਿਰ ਮਹਾਰਾਜ ਚਮਕੌਰ ਸਾਹਿਬ ਪਹੁੰਚ ਗਏ ਅਤੇ ਉਹ 2 ਰਾਜਪੂਤ ਰਜਵਾੜੇ ਸੀ, ਜਗਤ ਰਾਮ ਵਗੈਰਾ। ਮੰਗ ਕੀਤੀ, ਉਹ ਪਹਿਲਾਂ ਉਹਨੇ ਨਾ ਨੁਕਰ, ਕਿਉਂਕਿ ਹਕੂਮਤ ਦਾ ਬੜਾ ਭੈ ਸੀ। ਅਖੀਰ ਮਹਾਰਾਜ ਨੇ ਫਿਰ ਇੱਕ ਭਰਾ ਨੇ ਅੱਧਾ ਹਿੱਸਾ ਦਿੱਤਾ। ਕੱਚੀ ਗੜੀ 'ਤੇ ਆਪਣਾ ਸਾਰਾ ਇੰਤਜ਼ਾਮ ਮੋਰਚੇਬੰਦੀ ਕਰਕੇ ਉੱਥੇ ਫਿਰ ਜੰਗ ਸ਼ੁਰੂ ਹੋਇਆ। ਕਿਉਂ ਜ਼ਫਰਨਾਮੇ 'ਚ ਲਿਖਿਆ ਕਿ 10 ਲੱਖ ਫੌਜ ਔਰੰਗਜ਼ੇਬ ਵੱਲੋਂ ਆਈ ਹੈ, ਅਤੇ ਬਾਕੀ ਲਾਹੌਰ ਦਾ ਸੂਬਾ, ਕਸੂਰ ਦਾ ਅਤੇ ਸਰਹੰਦ ਦਾ, 22 ਧਾਰ ਦੇ ਪਹਾੜੀ ਰਾਜਿਆਂ ਦੀ, ਇਹ ਸਾਰੀ ਰਲ ਮਿਲ ਕੇ 35 ਲੱਖ ਫੌਜ ਬਣੀ ਹੋਈ ਸੀ। ਦੇਖ ਲਓ, ਮਹਾਰਾਜ ਕੋਲ ਤਕਰੀਬਨ 12,000 ਸਿੰਘ ਸੀ। ਅਨੰਦਪੁਰ ਸਾਹਿਬ ਸਾਰੇ ਲੜਦੇ ਲੜਦੇ ਸ਼ਹੀਦੀਆਂ ਪਾ ਗਏ। ਹੁਣ ਇਸ ਵੇਲੇ 40 ਸਿੰਘ ਸੀਗੇ। ਇੱਥੇ ਵੀ ਬੜਾ ਭਿਅੰਕਰ ਜੰਗ ਹੋਇਆ। ਫਿਰ 5 ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਭਾਵੇਂ ਆਪ ਜੀ ਦਾ ਇਰਾਦਾ ਅੰਮ੍ਰਿਤ ਛਕਣ ਵੇਲੇ ਬੇਨਤੀ ਕੀਤੀ ਸੀ। ਭਾਈ ਦਇਆਸ ਨੇ ਮਹਾਰਾਜ ਸੀਸ ਭੇਟ ਕਰਕੇ ਆਪ ਨੇ ਕਿਹਾ ਸਰਬੰਸ ਦਾਨ ਦਿਆਂਗਾ, ਸ਼ਹੀਦੀ ਪ੍ਰਾਪਤ ਕਰਨੀ ਚਾਹੁੰਦੇ ਹਾਂ। ਜੇ ਆਪ ਜੀ ਇੱਥੇ ਸ਼ਹੀਦ ਹੋ ਗਏ, ਇਹ ਲਹਿਰ ਇੱਥੇ ਹੀ ਰੁਕ ਜਾਏਗੀ। ਆਪ ਸਰਵਣ ਸਰੂਪ ਹੋਰ ਦਰਸ਼ਨ ਦਿਓਗੇ ਅਤੇ ਪੰਥ ਦੀ ਹੋਰ ਚੜ੍ਹਦੀ ਕਲਾ ਆਪ ਜੀ ਦੀ ਅਗਵਾਈ ਚਾਹੀਦੀ ਹੈ। ਫਿਰ 5 ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਫਿਰ ਵੀ ਕਹਿੰਦੇ ਗੁਪਤ ਨਹੀਂ ਜਾਵਾਂਗੇ। ਫਿਰ ਉੱਥੇ ਮਹਾਰਾਜ ਨੇ ਪਹਿਲਾਂ 5 ਸਿੰਘ ਜਾਂਦੇ ਰਹੇ, ਜੰਗ ਕਰਦੇ ਰਹੇ। ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਉਹਨਾਂ ਨੇ ਵੀ ਦੁਸ਼ਟਾਂ ਦੇ ਬੜੇ ਆਹੂ ਲਾਏ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਜ਼ਫਰਨਾਮੇ 'ਚ ਦੱਸਿਆ ਕਿ ਫਿਰ ਤੀਰਾਂ ਨਾਲ ਮਰਿਆ, ਖਵਾਜਾ ਮਰਦੂਦ ਦੂਜਾ ਲੁਕ ਗਿਆ। ਇਸ ਤਰ੍ਹਾਂ ਸਾਰਾ ਜ਼ਫਰਨਾਮੇ 'ਚ ਪ੍ਰਸੰਗ ਆਉਂਦਾ ਹੈ। ਇੱਥੋਂ ਫਿਰ ਮਹਾਰਾਜ ਤਾੜੀ ਮਾਰ ਕੇ, ਉਹ ਗੁਰਦੁਆਰੇ ਦਾ ਨਾਮ ਵੀ ਤਾੜੀ ਸਾਹਿਬ ਹੈ, ਹਿੰਦ ਮੇ ਪੀਰ ਅਵਧ, ਕਿ ਅਸੀਂ ਜਾ ਰਹੇ ਹਾਂ, ਜਿਨ ਗ੍ਰਿਫਤ ਹੈ ਪਕੜ ਨਾ ਪਕੜ ਲਓ। ਅਤੇ ਮਹਾਰਾਜ ਇੱਥੋਂ ਫਿਰ ਮਾਛੀਵਾੜੇ ਗਏ। ਉੱਥੇ ਆਪਣੇ ਮਸੰਦ ਸੀਗੇ 2, ਅਤੇ ਮਹਾਰਾਜ ਬਾਹਰ ਲਿਟੇ ਹੋਏ ਸੀ, ਟਿੰਡ ਦਾ ਸਿਰਹਾਣਾ ਰੱਖ ਕੇ। ਉਹਨਾਂ ਦੇ ਨੌਕਰਾਂ ਨੇ ਪਛਾਣ ਲਿਆ। ਜਦੋਂ ਦੱਸਿਆ, ਉਹ ਘਰ ਲੈ ਗਏ। ਅਤੇ ਫਿਰ ਉਹ ਮਨ ਭੈਭੀਤ ਹੋ ਗਿਆ। ਫਿਰ ਗਾਨੀ ਨਵੀ ਜਿਹੜੇ ਸੀ ਮਹਾਰਾਜ ਦੇ ਘੋੜਿਆਂ ਦੇ ਸੌਦਾਗਰ ਸੀ, ਉਹਨਾਂ ਨੇ ਮਹਾਰਾਜ ਨੂੰ ਸੇਵਾ ਲਈ ਬੇਨਤੀ ਕੀਤੀ। ਉਹਨਾਂ ਦੇ ਚੁਬਾਰੇ 'ਚ ਰਹੇ। ਉੱਥੋਂ ਫਿਰ ਉੱਚਦੇ ਪੀਰ ਬਣ ਕੇ ਗਏ ਅਤੇ ਆਲਮਗੀਰ 'ਤੇ ਉੱਥੇ ਫਿਰ ਭਾਈ ਨਗਾਈਆ ਸਿੰਘ ਘੋੜਾ ਲੈ ਕੇ ਮਿਲੇ ਆ। ਅੱਗੇ ਫਿਰ ਇੱਧਰ ਮਾਲਵੇ ਦੇਸ਼ ਸੰਗਤਾਂ ਦੀ ਕਿਰਪਾ ਕਰਦੇ ਰਾਏ ਕੱਲੇ ਕੋ ਉੱਥੇ ਨੂਰੇ ਮਾਹੀ ਨੂੰ ਭੇਜ ਕੇ, ਅਤੇ ਸਰਹੰਦ ਜਿਵੇਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਸਾਰੀ ਖਬਰ ਮੰਗਾਈ ਸੀ। ਅੱਗੇ ਤੇ ਅੱਗੇ ਇਤਿਹਾਸ ਹੈ। ਅੱਜ ਜੋ ਹੈ ਦਿਨ ਮਨਾ ਰਹੇ ਹਾਂ, ਇਹ ਚਮਕੌਰ ਸਾਹਿਬ ਦਾ ਸਾਕਾ ਅਤੇ 12-13 ਪੋਹ ਫੇਰੇ ਫਤਿਹਗੜ੍ਹ ਸਾਹਿਬ ਦਾ ਹੈ। ਸੋ ਸਾਰੇ ਗੁਰਦੁਆਰਿਆਂ 'ਚ ਆਪਣੇ ਚਮਕੌਰ ਸਾਹਿਬ, ਭੱਠਾ ਸਾਹਿਬ, ਪਰਿਵਾਰ ਵਿਛੋੜਾ, ਸ਼੍ਰੀ ਅਨੰਦਪੁਰ ਸਾਹਿਬ ਦਿਨ ਮਨਾਏ ਜਾ ਰਹੇ ਸਮੇਂ ਸਮੇਂ ਦੇ ਨਾਲ। ਹੁਣ ਆਪ ਜੀ ਨੇ ਸ਼੍ਰੀ ਮੁੱਖ ਵਾਕ ਗਿਆਨੀ ਜੀ ਤੋਂ ਸ਼ਰਵਣ ਕੀਤਾ ਹੈ। ਆਓ ਪਿਆਰ ਦੇ ਨਾਲ
ਬਾਣੀ ਦੀ ਵਿਚਾਰ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਤਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੀ ਬਾਣੀ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਚੋਂ ਇੱਕ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਚਾਦਰ ਦਿਸਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਚਾਰੇ ਦਿਸ਼ਾ ਉੱਤਰ, ਪੂਰਬ, ਪੱਛਮ ਤੇ ਦੱਖਣ, ਇਹ ਚਾਰ ਦਿਸ਼ਾ ਤੇ ਚਾਰ ਉਪਦੇਸ਼ਾਂ ਹੈ। ਧਰਤੀ ਔਰ ਆਕਾਸ਼ ਵੀ ਗਣ ਲੈਂਦੇ ਆ, ਫਿਰ 10 ਦਿਸ਼ਾਏ ਬਣ ਜਾਂਦੀਆਂ ਹਨ। ਚਾਰੇ ਦੇਸ਼ਾਂ ਦੇ ਵਿੱਚ ਉਸ ਨੇ ਆਪਣਾ ਬਲ ਧਾਰਿਆ ਹੋਇਆ। ਭਾਵ ਜਿੰਨੇ ਵੀ ਖੰਡ ਬ੍ਰਹਿਮੰਡ ਅੰਡ ਪਿੰਡ ਸਰੀਰ ਹੈ, ਹਰ ਜਗ੍ਹਾ ਉਸ ਅਕਾਲ ਪੁਰਖ ਦੀ ਸੱਤਾ ਕੰਮ ਕਰਦੀ ਹੈ। ਉਹਦੇ ਬਲ ਵਿੱਚ, ਉਹਦੀ ਸ਼ਕਤੀ ਦੁਆਰਾ ਇਹ ਸਾਰਾ ਜਿੰਨਾ ਚੱਲ ਰਿਹਾ। ਇੱਕ ਛੋਟਾ ਜਿਹਾ ਘਰ ਆ, ਉਹ ਵੀ ਕਿਸੇ ਪ੍ਰਬੰਧਕ ਬਿਨਾਂ ਨਹੀਂ ਚੱਲਦਾ। ਕੋਈ ਸੰਸਥਾ ਉਹ ਨਹੀਂ ਚੱਲਦੀ। ਦੇਸ਼ ਰਾਜ ਹੈ, ਉਹ ਵੀ ਕੋਈ ਨਾ ਕੋਈ ਹਾਂਜੀ ਰਾਜ ਪ੍ਰਬੰਧ ਵਾਸਤੇ ਰਾਜ ਸੱਤਾ ਹੁੰਦੀ ਹੈ, ਚੱਲਦਾ ਹੈ। ਕੋਈ ਵਿਧਾਨ ਹੁੰਦੇ ਆ, ਕਾਨੂੰਨ ਹੁੰਦੇ, ਕੋਈ ਨਿਯਮ ਹੁੰਦੇ ਆ। ਇਹ ਜਿਹੜੇ ਕੋਟ ਬ੍ਰਹਮੰਡ ਕੋ ਠਾਕਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੇ ਨਿਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਤੇ ਇਹ ਵੀ ਕੋਈ ਸ਼ਕਤੀ ਹੈ ਜਿਹਦੇ ਨਾਲ ਚੱਲ ਰਿਹਾ। ਸਮੇਂ ਨਾਲ ਸੂਰਜ ਆਉਂਦਾ ਹੈ, ਛੁਪਦਾ ਹੈ। 6 ਰੁੱਤਾਂ ਬਦਲਦੀਆਂ ਰਹਿੰਦੀਆਂ। ਗਰਮੀ ਆਉਂਦੀ ਹੈ, ਸਰਦੀ ਆਉਂਦੀ ਹੈ, ਪਤਝੜ ਆਉਂਦੀ ਹੈ, ਬਹਾਰ ਆਉਂਦੀ, ਬਸੰਤ ਰੁੱਤ ਆਉਂਦੀ ਹੈ। ਫਿਰ ਇਹ 84 ਲੱਖ ਜੂਨਾਂ ਪੈਦਾ ਹੁੰਦੀਆਂ ਰਹਿੰਦੀਆਂ। ਸਮੇਂ ਸਮੇਂ ਇਹ ਲੀਨ ਵੀ ਹੋਈ ਜਾਂਦੀਆਂ। ਕੋਈ ਨਾ ਕੋਈ ਪ੍ਰਬੰਧਕ ਤਾਂ ਹੈ ਹੀ ਨਾ, ਜਿਹਦੇ ਦੁਆਰਾ ਇਹ ਸਾਰਾ ਨਿਜ਼ਾਮ ਪ੍ਰਬੰਧ ਚੱਲ ਰਿਹਾ। ਉਹ ਕੌਣ ਹੈ? ਉਹ ਹੈ ਨਿਰੰਕਾਰ ਪਰਮੇਸ਼ਰ। ਇਸ ਵਾਸਤੇ ਮਹਾਰਾਜ ਨੇ ਕਿਹਾ ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਬਾਕੀ ਸਾਰਿਆਂ ਨੇ ਆਪਣੇ ਅਕਲ ਦੇ ਘੋੜੇ ਦੜਾਏ ਹੈ। ਇਹ ਸ੍ਰਿਸ਼ਟੀ 5 ਤੱਤਾਂ ਤੋਂ ਹੋਈ ਹੈ, ਇਹ ਮਾਇਆ ਤੋਂ ਹੋਈ ਹੈ। ਤੇ ਜਿਹੜੇ ਨਾਸਤਕ ਹੈ, 4 ਬਾਕੀ ਹੈ, ਉਹ ਕਹਿੰਦੇ ਜੀ ਇਹ ਤਾਂ ਕੁਦਰਤੀ ਹੈ। ਅੰਨ ਅੰਨ ਤੇ ਹੋਤ ਹੈ, ਕਾਸ ਕਾਸ ਤੇ ਹੋਏ, ਬੰਦਾ ਬੰਦੇ ਤੇ ਹੋਤ ਹੈ, ਔਰ ਨਾ ਕਰਤਾ ਕੋਈ। ਹੋਰ ਰੱਬ ਕੋਈ ਨਹੀਂ, ਇਹ ਤਾਂ ਇਸ ਤਰ੍ਹਾਂ ਹੀ ਚੱਲੇ ਜਾਂਦਾ। ਪਰ ਉਹਨਾਂ ਨੂੰ ਪੁੱਛੋ ਵੀ ਘਾਹ ਕਿਨ ਪੈਦਾ ਕੀਤਾ? ਪਹਿਲਾਂ ਵੀ ਤਾਂ ਕੋਈ ਬੰਦਾ ਪੈਦਾ ਕੀਤਾ ਹੀ ਹੋ ਗਿਆ ਨਾ। ਸੋ ਇਸ ਵਾਸਤੇ ਜੇ ਕਹੀਏ ਉਹਦਾ ਪਿਓ ਸੀ, ਦਾਦੇ ਪੜਦਾਦੇ ਸੀ, ਅਖੀਰ ਕਿਤੇ ਤਾਂ ਜਾ ਕੇ ਖੜਨਾ ਹੀ ਪਊਗਾ, ਮੰਨਣਾ ਪਏਗਾ। ਇਹ ਚੱਕਰ ਕਾ ਦੋਸ਼ ਹੈ, ਆਨੰਦ ਅਵਸਥਾ ਦੋਸ਼, ਪ੍ਰਾਗਾ ਭਾਵ ਦਾ ਦੋਸ਼, ਇਹ ਪੈਦਾ ਹੋ ਜਾਂਦੇ। ਆਨੰਦ ਅਵਸਥਾ ਦੇ ਦੋਸ਼ ਪੈਦਾ ਹੋ ਜਾਂਦੇ। ਪਰ ਅਖੀਰ ਮੰਨਣਾ ਪਊਗਾ ਵੀ ਕੋਈ ਨਾ ਕੋਈ ਐਸੀ ਦਿਵ ਸ਼ਕਤੀ ਹੈ ਜਿਨ ਮਾਇਆ ਦੀ ਕਨਾਤ ਤਾਣੀ ਹੋਈ ਹੈ। ਇਹ ਸਾਰਾ ਕੁਝ ਚੱਲ ਚਲਾ ਰਿਹਾ ਜਿਹਦੇ ਹੁਕਮ 'ਚ। ਤੇ ਮਹਾਰਾਜ ਤਾਂ ਸਪਸ਼ਟ ਕਰਕੇ ਦੱਸੀ ਜਾਂਦੇ ਆ ਕਿ ਚਤਰ ਦਿਸਾ ਕੀਨੋ ਬਲ ਆਪਣਾ, ਸਾਰੀਆਂ ਦਿਸ਼ਾ ਉਸ ਨੇ ਆਪਣੇ ਬਲ ਨਾਲ ਸਾਰਾ ਕੁਝ ਕੀਤਾ ਹੋਇਆ। ਉਹਦੇ ਹੁਕਮ ਵਿੱਚ ਇਹ ਹੋ ਰਿਹਾ। ਔਰ ਆਪਣੀ ਕਲਾ ਜਿਹੜੀ ਚਤਰ ਦਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਸਾਰਿਆਂ ਦੇ ਸਿਰ ਦੇ ਉੱਤੇ ਉਸ ਨੇ ਆਪਣਾ ਮਿਹਰ ਰੂਪੀ, ਆਸ਼ੀਰਵਾਦ ਰੂਪੀ ਕਰ ਜਿਹੜਾ ਹੱਥ ਧਾਰਿਆ ਹੋਇਆ। ਉਹਦੀ ਸੱਤਾ ਨਾਲ ਸਾਰਾ ਕੰਮ ਚੱਲ ਚਲਾ ਰਿਹਾ। ਇਹ ਜਿਹੜਾ ਵਿਗਿਆਨ ਆ, ਇਸ ਨੇ ਦੇਖ ਲਓ ਬੜੇ ਅਚਰਜ ਕ੍ਰਿਸ਼ਮੇ ਦਿਖਾਏ ਆ ਔਰ ਦਿਖਾ ਰਹੀ ਹੈ ਸਾਇੰਸ। ਪਰ ਉਹ ਜਿਹੜੀ ਵਿਗਿਆਨ ਦੀ ਬੁੱਧੀ ਹੈ, ਉਹ ਕਹਿੰਦੇ ਦਿੱਤੀ ਬੁੱਧੀ ਦੇਣ ਵਾਲਾ ਵੀ ਤਾਂ ਕੋਈ ਹੈ। ਹੁਣ ਕਈਆਂ ਨੂੰ ਬੁੱਧ ਮਿਲੀ ਨਹੀਂ, ਪਾਗਲ ਬੰਦੇ, ਤੇ ਕਈਆਂ ਨੂੰ ਬੜੀ ਸਿਆਣਪ ਵਾਲੀ ਬੁੱਧ ਦਿੱਤੀ ਹੈ। ਬਖਸ਼ਿਸ਼ ਤਾਂ ਉਹੀ ਕਰਨ ਵਾਲਾ। ਇਸ ਵਾਸਤੇ
ਤੇ ਜਿਹੜੇ ਆਮ ਬੰਦੇ ਆ ਉਹ ਕਹਿੰਦੇ ਅਸੀਂ ਸਾਇੰਸ ਨੂੰ ਮੰਨਦੇ ਹਾਂ ਵੀ ਸਾਇੰਸ ਦੇ ਉੱਪਰ ਵੀ ਕੋਈ ਗੱਲਾਂ ਹੈਗੀਆਂ, ਆਤਮਿਕ ਸਾਇੰਸ ਵੀ ਹੈਗੀ ਆ, ਰੂਹਾਨੀਅਤ ਵਾਲੀ। ਇਸ ਕਰਕੇ ਅਖੀਰ ਮੰਨਣਾ ਪਏਗਾ ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ। ਇੱਕ ਦੂ ਇੱਕ ਸਿਆਣਾ, ਇੱਕ ਦੂਏ ਤੋਂ ਇੱਕ ਦੂਆ ਸਿਆਣਾ ਹੋ ਕੇ ਆਪਣੀ ਅਕਲ ਦੇ ਘੋੜੇ ਦੌੜਾ ਰਿਹਾ, ਪਰ ਉਹਦੇ ਪਿੱਛੇ ਸ਼ਕਤੀ ਜਿਹੜੀ ਉਹਨੂੰ ਸਮਝਦੇ ਨਹੀਂ। ਪਰ ਜਿਨ੍ਹਾਂ ਨੂੰ ਸੋਝੀ ਆ ਗਈ ਹੈ ਉਹ ਤਾਂ ਮੰਨਦੇ ਆ ਕਿ ਇਹ ਸਾਰਾ ਖੇਲ ਉਸ ਪਰਮਾਤਮਾ ਦਾ, ਉਹ ਆਪੇ ਸਾਰੀ ਲੀਲਾ ਰਚਾ ਰਿਹਾ। ਉਸ ਨੇ ਸਾਰਿਆਂ ਦੇ ਸੀਸ ਦੇ ਉੱਤੇ ਆਪਣਾ ਮਿਹਰ ਰੂਪੀ ਹੱਥ ਧਾਰਿਆ ਹੋਇਆ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਦੇ ਕਟਾਕਸ਼ ਤ੍ਰਿਸ਼ੀ ਨਿਗਾਹ ਨਾਲ ਜਿਹਨੂੰ ਉਹ ਦੇਖਦੇ ਆ ਉਹਨੂੰ ਨਜ਼ਰੋ ਨਜ਼ਰ ਨਿਹਾਲ ਕਰ ਦਿੰਦੇ ਆ। ਕਿਉਂਕਿ ਮਹਾਰਾਜ ਦੇ ਸੰਪਰਕ 'ਚ ਬੜੇ ਬੜੇ ਜ਼ਾਲਮ ਰਾਜੇ ਆਏ, ਨਵਾਬ ਆਏ, ਵਿਦਵਾਨ ਆਏ, ਬੜੇ ਬੜੇ ਚੋਰ ਡਾਕੂ ਬਦਮਾਸ਼ ਆਏ, ਬੜੇ ਬੜੇ ਵਿਦਵਾਨ ਪੰਡਤ ਮੌਲਵੀ ਕਾਜੀ ਆਏ, ਤੇ ਹੋਰ ਵੀ ਬਹੁਤ ਤਰ੍ਹਾਂ ਦੀ ਸ੍ਰਿਸ਼ਟੀ ਉਹਨਾਂ ਨੂੰ ਮਿਲੀ ਹੈ। ਜਿਹੜਾ ਹਉਮੈ ਛੱਡ ਕੇ ਉਹਨਾਂ ਦੇ ਚਰਨਾਂ 'ਚ ਆਇਆ, ਜਿਹਦੇ ਵੱਲ ਮਹਾਰਾਜ ਨੇ ਆਪਣੇ ਕਿਰਪਾ ਦੇ ਕਟਾਕਸ਼ ਬਿਰਤੀ ਨਾਲ ਦੇਖਿਆ ਹੈ, ਉਹਨਾਂ ਦੇ ਔਗਣਾਂ ਨੂੰ ਦੂਰ ਕਰ ਦਿੰਦੇ ਆ। ਹਿਰਦਾ ਸ਼ੁੱਧ ਕਰਕੇ ਅੰਦਰ ਆਤਮਾ ਜੋਤੀ ਦਾ ਜਿਹੜਾ ਪ੍ਰਕਾਸ਼ ਹੈ ਉਸ ਨੂੰ ਪ੍ਰਗਟ ਕਰਕੇ ਉਹ ਦਿਖਾ ਦਿੰਦੇ ਆ। ਸੋ ਇਸ ਵਾਸਤੇ ਕਿਰਪਾ ਕਟਾਖ ਅਵਲੋਕਨ ਕੀਨੋ, ਜਿਹਨੂੰ ਮਿਹਰ ਦੀ ਨਜ਼ਰ ਨਾਲ ਉਹ ਤੱਕਦੇ ਆ। ਇੱਕ ਤਾਂ ਹੈ ਆਪਣੇ ਯਤਨ ਦੇ ਨਾਲ ਭਜਨ ਬਾਣੀ ਕਰਨੀ, ਕੋਈ ਸੇਵਾ ਸਿਮਰਨ ਦੁਆਰਾ ਪ੍ਰਾਪਤ ਕਰਨ ਦਾ ਯਤਨ ਕਰਨਾ। ਉਹ ਪੂਜਾ ਦੇ ਢੰਗ ਹਰੇਕ ਦੇ ਜੁਦੇ ਜੁਦੇ ਹੈ, ਕੋਈ ਜਗ ਦੁਆਰਾ, ਕੋਈ ਯੋਗ ਦੁਆਰਾ, ਕੋਈ ਤਪੱਸਿਆ ਨਾਲ, ਕੋਈ ਜਪ ਜਗ, ਕੋਈ ਧਿਆਨ ਜਗ, ਕੋਈ ਗਿਆਨ ਜਗ, ਕੋਈ ਹੋਰ ਅਸ਼ਵਮੇਧ ਆ, ਘੋੜਾ ਮੇਧ ਆ, ਗਊ ਮੇਧ ਆ, ਨਰ ਮੇਧ ਵਗੈਰਾ ਜਗ ਕਰਦੇ ਆ। ਆਪੋ ਆਪਣੇ ਬਹੁਤ ਤਰ੍ਹਾਂ ਦੇ ਢੰਗ ਰੰਗ ਹਰ ਮਤ ਮਤਾਂਤਰ ਨੇ ਬਣਾਏ ਹੋਏ ਆ। ਪਰ ਜਿੰਨੇ ਮਰਜ਼ੀ ਸਾਧਨ ਕਰ ਲਓ, ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਕਿਰਪਾ ਨਹੀਂ ਹੁੰਦੀ, ਜਿਹੜਾ ਬੁੱਧੀ ਤੇ ਮਾਇਆ ਦਾ ਪਰਦਾ ਉਹ ਨਿਵਰਤ ਨਹੀਂ ਹੁੰਦਾ। ਪੰਡਿਤ ਕਲਿਆਣ ਸਿੰਘ ਜੀ ਨਿਰਮਲੇ ਸੰਤ ਸਨ, ਬੜੇ ਵਿਦਵਾਨ ਸੀ ਉਹ। ਉਹਨਾਂ ਨੇ ਸੰਪਰਦਾਵਾਂ ਦੇ ਨਾ ਇਹ ਬ੍ਰਿਕਸ਼ ਵੀ ਬਣਾਇਆ ਕਿ ਸੰਪਰਦਾ ਆਰੰਭ ਕਿੱਥੋਂ ਹੋਈ, ਕਿੱਥੇ ਕਿੱਥੇ ਉਹ ਗਾਂ ਸਥਾਨ ਆ, ਉਹ ਨਕਸ਼ੇ ਬਣਾਏ ਸੀ ਉਹਨਾਂ ਨੇ। ਬਹੁਤ ਵਿਦਵਾਨ ਸੀ। ਤੇ ਮੇਰੇ ਨਾਲ ਇੱਕ ਵਾਰੀ ਉਹਨਾਂ ਦਾ ਮਿਲਾਪ ਤਾਂ ਕਈ ਵਾਰੀ ਹੋਇਆ। ਇੱਕ ਵਾਰੀ ਕਹਿਣ ਲੱਗੇ ਕਿ ਸੰਤ ਹਰਖਵਾਲ ਵਾਲੇ ਮੈਨੂੰ ਕਹਿੰਦੇ ਕਿ ਪੰਡਿਤ ਜੀ ਤੁਸੀਂ ਬੜਾ ਵੇਦਾਂਤ ਦੇ ਵਚਨ ਸੁਣਾਉਂਦੇ ਆ ਕਿ ਆਤਮਾ ਜਿਹੜੀ ਸੱਚ ਚਿਤ ਆਨੰਦ ਸਰੂਪ ਹੈ, ਵਿਆਪਕ ਸਰੂਪ ਹੈ। ਇਹਦੇ ਵਚਨ ਵਿਲਾਸੇ ਸੁਣਾਉਂਦੇ ਆ ਵੀ ਜਾਂ ਤੁਸੀਂ ਆਤਮਾ ਨੂੰ ਸਾਖਿਆਤ ਵੀ ਕੀਤਾ, ਉਹਦਾ ਦਰਸ਼ਨ ਦੀਦਾਰ ਵੀ ਕੀਤਾ। ਕਹਿੰਦੇ ਨੇ ਮਹਾਰਾਜ ਤੋਂ ਵੇਦਾਂਤ ਦੇ ਗ੍ਰੰਥ ਪੜ੍ਹਾ ਕੇ ਉਹਦੇ ਦੁਆਰਾ ਸੁਣਾਉਂਦੇ ਆ। ਹੁਣ ਜਿਵੇਂ ਇੱਕ ਅਮਰੀਕਾ ਦਾ ਨਕਸ਼ਾ ਦੇਖੇ, ਇੱਕ ਇੱਥੇ ਆ ਕੇ ਸਾਰਾ ਕੁਝ ਦੇਖੇ, ਫਰਕ ਤੇ ਹੈ। ਤੇ ਜਿਹੜੇ ਇਹ ਧਾਰਮਿਕ ਸ਼ਾਸਤਰ ਆ, ਉਹ ਇੱਕ ਨਕਸ਼ੇ ਆ, ਉਹ ਸਾਨੂੰ ਇਸ਼ਾਰਾ ਤਾਂ ਦਿੰਦੇ ਆ, ਪਰ ਜਿੰਨਾ ਚਿਰ ਉੱਥੋਂ ਆਪਾਂ ਗਾਈਡੈਂਸ ਲੈ ਕੇ ਅੱਗੇ ਤੁਰਦੇ ਨਹੀਂ ਤੇ ਉਨਾ ਚਿਰ ਆਪਾਂ ਉਸ ਚੀਜ਼ ਨੂੰ ਪ੍ਰਤੱਖ ਕਿਵੇਂ ਦੇਖ ਸਕਦੇ ਹਾਂ। ਇਸ ਵਾਸਤੇ ਕਹਿੰਦੇ ਵੀ ਇਹ ਤਾਂ ਗੱਲ ਤੇਰੀ ਠੀਕ ਹੈ। ਕਹਿੰਦੇ ਫਿਰ ਕੀ ਤੇਰਾ ਖਿਆਲ ਫਿਰ ਰੱਬ ਦੇਖਣਾ? ਕਹਿੰਦੇ ਮਹਾਰਾਜ ਫਿਰ ਤੁਸੀਂ ਦਿਖਾ ਸਕਦੇ ਆ। ਕਹਿਣ ਲੱਗੇ ਅੱਖਾਂ ਮੀਟ। ਅੱਖਾਂ ਮੀਟੀਆਂ, ਕਹਿੰਦੇ ਖੋਲ ਦੇ। ਜਿਹੜੇ ਅੱਖਾਂ ਖੋਲੀਆਂ
ਤੇ ਸੰਤ ਉੱਥੇ ਇਉਂ ਖੜੇ ਸੀ ਜਿਵੇਂ 5 ਸਾਲ ਦਾ ਇੱਕ ਬਾਲਕ ਹੁੰਦਾ ਹੈ। ਉਹਨਾਂ ਦੇ ਸਰੀਰ 'ਚੋਂ ਫਿਰ ਪ੍ਰਕਾਸ਼ ਸ਼ੁਰੂ ਹੋਇਆ। ਸਾਰਾ ਬ੍ਰਹਿਮੰਡ ਜਿਹੜਾ ਸੀ ਅਗੰਮੀ ਪ੍ਰਕਾਸ਼ ਨਾਲ ਭਰ ਗਿਆ। ਉਹ ਜਿਵੇਂ ਮੂਸੇ ਨੇ ਕਿਹਾ ਸੀ ਨਾ, ਉਹ ਇਹ ਪ੍ਰਕਾਸ਼ ਬਰਦਾਸ਼ਤ ਨਾ ਕਰ ਸਕਿਆ। ਕਹਿਣ ਲੱਗਾ, ਮਹਾਰਾਜ ਹੁਣ ਪਹਿਲੇ ਸਰੂਪ ਦਰਸ਼ਨ ਦਿਓ। ਕਹਿੰਦੇ ਅੱਖਾਂ ਮੀਟ, ਜਦੋਂ ਖੋਲੀਆਂ ਤੇ ਸੰਤ ਪਹਿਲੇ ਸਰੂਪ 'ਚ ਖੜੇ। ਸੋ ਇਸ ਤਰ੍ਹਾਂ ਜਿਹੜਾ ਹੈ, ਇੱਕ ਤਾਂ ਆਪਾਂ ਗੱਲਾਂ ਕਰਨੀਆਂ, ਇੱਕ ਹੈਗਾ ਕਿਸੇ ਚੀਜ਼ ਨੂੰ ਸਾਖਿਆਤ ਕਰਨਾ, ਕਿ ਸਾਡੀ ਬੁੱਧੀ ਦੇ ਉੱਤੇ ਇਹ ਪੜਦਾ ਹੈ। ਸਰੀਰ ਦੇ ਅੰਦਰ ਪਹਿਲਾਂ ਤੇ 3 ਦੇਹ ਹੈ, ਇਹ 5 ਤੱਤਾਂ ਦਾ ਸਰੀਰ ਹੈ। ਇਹਦੇ ਅੰਦਰ 17 ਤੱਤਾਂ ਦਾ ਸਰੀਰ ਹੈ। 5 ਗਿਆਨ ਇੰਦਰੀ ਹੈ, 5 ਕਰਮ ਇੰਦਰੀ ਹੈ, 5 ਪ੍ਰਾਣ, ਮਨ ਤੇ ਬੁੱਧ। ਇਹ ਹੋ ਗਿਆ 17। ਇਹ ਸੂਖਸ਼ਮ ਸਰੀਰ ਹੈ। ਇਹਦੇ ਅੰਦਰ ਇੱਕ ਕਾਰਨ ਸਰੀਰ ਹੈ। ਇਹਦੇ 'ਚ ਸੁਪਨਾ ਆਉਂਦਾ, ਸਰੀਰ ਸੁੱਤਾ ਹੁੰਦਾ ਪਰ ਮਨ ਆਪਣਾ ਕੰਮ ਕਰ ਰਿਹਾ ਹੁੰਦਾ। ਫਿਰ ਸੁਸ਼ੋਪਤੀ ਅਵਸਥਾ, ਜਦੋਂ ਗਾੜੀ ਨੀਂਦ ਵਿੱਚ ਸੁੱਤਾ ਹੁੰਦਾ, ਉਸ ਵੇਲੇ ਕਾਰਨ ਇਹ ਵਿਦਿਆ ਦਾ ਹੀ ਸਰੀਰ ਹੈ, ਅਗਿਆਨਤਾ ਦੇ। ਇਸ ਵਾਸਤੇ ਇਹ 3 ਤਾਂ ਸਰੀਰਾਂ ਦੀ ਪ੍ਰਕਿਰਿਆ ਹੈਗੀ। ਇਹਦੇ ਅੰਦਰ ਫਿਰ 5 ਕੋਸ਼ ਹੈਗੇ। ਅੰਨਮੈ ਕੋਸ਼ ਇਹ ਸਰੀਰ ਆ। ਪ੍ਰਾਣਮੈ, ਜਿਹਦੇ ਪ੍ਰਾਣਾਂ ਦੀ ਪ੍ਰਧਾਨਤਾ ਹੈ। ਪ੍ਰਾਣ ਕੀ ਚੀਜ਼ ਹੈ? ਸਾਡੇ ਅੰਦਰ ਜਠਰਾਗਨੀ ਹੈ, ਜਿਹੜਾ ਸਾਡਾ ਖਾਧਾ ਪੀਤਾ ਹਜ਼ਮ ਕਰਦੀ ਹੈ। ਜਿਹੜੇ ਅਸੀਂ ਭੋਜਨ ਪਾਣੀ ਛਕਦੇ ਹਾਂ, ਜਦੋਂ ਉਹ ਉਸ ਜਠਰਾਗਨੀ ਵਿੱਚ ਜਾਂਦਾ ਹੈ, ਉਹਦਾ ਸਟੀਮ ਬਣਦੀ ਹੈ, ਉਹਦਾ ਨਾਂ ਪ੍ਰਾਣ। ਜਦੋਂ ਮਿਹਦਾ ਕੰਮ ਕਰਨੋਂ ਹਟ ਜਾਂਦਾ, ਜਠਰਾਗਨੀ ਮੰਦਮ ਹੋ ਜਾਂਦੀ ਹੈ। ਬੋਝੀ ਅਗਰ ਨਾ ਨਿਕਸਿਓ ਧੂੰਆਂ, ਰਵ ਰਹੇ ਇਹ ਕਬਰ ਨਹੀਂ ਦੂਆ, ਫਿਰ ਇਹ ਮਰ ਜਾਂਦਾ ਹੈ। ਸੋ ਇਸ ਵਾਸਤੇ ਇਹ ਪ੍ਰਾਣ ਹੈ। ਪ੍ਰਾਣਾਂ ਨੂੰ ਧਾਰਨ ਕਰਕੇ ਇਹਦਾ ਨਾਮ ਪ੍ਰਾਣੀ ਹੈ। ਇਹ ਪ੍ਰਾਣਮੈ ਕੋਸ਼ ਔਰ ਮਨੋਮੈ, ਜਿੱਥੇ ਮਨ ਦੀ ਪ੍ਰਧਾਨਤਾ, ਸਕਲਪ ਵਿਕਲਪ ਫੁਰਦੇ। ਅੱਗੇ ਫਿਰ ਆਪਣੇ ਵਿਗਿਆਨਮੈ, ਜਿੱਥੇ ਬੁੱਧੀ ਦੀ ਪ੍ਰਧਾਨਤਾ ਹੈ। ਇਹ 5 ਕੋਸ਼ਾਂ ਦੇ ਪੜਦੇ ਹੈ। ਔਰ 3 ਗੁਣ ਹੈਗੇ ਆ, ਮਾਇਆ ਦੇ ਸਤੋ, ਰਜੋ ਤੇ ਤਮੋ। ਇਹ ਪੜਦੇ ਪਏ ਹੋਏ ਹੈ, ਪਰਤਾਂ ਚੜ੍ਹੀਆਂ ਹੋਈਆਂ, ਤੇ ਇਹਨਾਂ ਦੇ ਅੰਦਰ ਅਵਿਦਿਆ ਅਗਿਆਨ ਕਰਕੇ ਬੜਾ ਅੰਧਕਾਰ, ਗੁਆਰ, ਹਨੇਰਾ ਛਾਇਆ ਹੋਇਆ। ਇਹ ਫਿਰ ਜਦੋਂ ਗੁਰੂ ਦੀ ਦੱਸੀ ਹੋਈ ਜੁਗਤੀ ਨਾਲ ਨਾਮ ਬਾਣੀ ਦਾ ਅਭਿਆਸ ਕਰਦੇ ਹਾਂ, ਹੌਲੀ ਹੌਲੀ ਉਹ ਪਰਤਾਂ ਟੁੱਟਦੀਆਂ। ਆਤਮਾ ਜਿਹੜੀ ਹਮੇਸ਼ਾ ਵਿਭੂ ਵਿਆਪਕ ਔਰ ਪ੍ਰਕਾਸ਼ ਰੂਪ ਹੈ। ਜਿਵੇਂ ਸੂਰਜ ਪ੍ਰਕਾਸ਼ ਰੂਪ ਆ, ਕਈ ਵਾਰੀ ਬੱਦਲ ਜਾਂ ਧੁੰਦ ਵਗੈਰਾ ਆ ਜਾਂਦੀ ਹੈ ਤੇ ਨਜ਼ਰ ਨਹੀਂ ਆਉਂਦਾ। ਇਹਦਾ ਮਤਲਬ ਇਹ ਨਹੀਂ ਕਿ ਸੂਰਜ ਨਹੀਂ ਜਾਂ ਸੂਰਜ ਦਾ ਪ੍ਰਕਾਸ਼ ਨਹੀਂ, ਮੋਰੇ ਆਵਰਣ ਆ ਗਿਆ, ਪਰਦਾ ਆ ਗਿਆ। ਇਸੇ ਤਰ੍ਹਾਂ ਸਾਡੀ ਆਤਮਾ ਹਮੇਸ਼ਾ ਹੀ ਪ੍ਰਕਾਸ਼ ਰੂਪ ਆ, ਚਾਹੇ ਗਿਆਨਵਾਨ ਆ ਚਾਹੇ ਅਗਿਆਨੀ ਆ, ਆਤਮਾ ਸਭ ਦੀ ਪ੍ਰਕਾਸ਼ ਦੀ ਹੈ। ਗਿਆਨਵਾਨ ਦਾ ਇਹ ਹੈ, ਉਹਨੇ ਸਾਰੇ ਜਿਹੜੇ ਪੜਦੇ ਆ ਇਹ ਦੂਰ ਕਰਤੇ ਆ, ਤੇ ਜਿਹੜਾ ਅਗਿਆਨੀ ਆ ਉਹਦੇ ਉਹ ਪਰਤਾਂ ਚੜ੍ਹੀਆਂ ਹੋਈਆਂ। ਉਹ ਜੁਦਾ ਜੁਦਾ, ਕਈਆਂ ਦੀ ਪਿਛਲੀ ਤਪੱਸਿਆ ਜ਼ਿਆਦੀ ਆ, ਥੋੜ੍ਹੀ ਮਿਹਨਤ ਨਾਲ, ਕਈਆਂ ਦੇ ਕਰਮ ਜ਼ਿਆਦਾ ਮਾੜੇ ਆ, ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਕਈ ਜਗ੍ਹਾ ਤਾਂ ਪਾਣੀ ਚਸ਼ਮੇ ਉੱਪਰੇ ਵਗ ਰਹੇ ਆ, ਕਈ ਜਗ੍ਹਾ ਬੋਰ ਕਰਨਾ ਵੀ ਬੜੀ ਮਿਹਨਤ ਨਾਲ ਮਿਲਦਾ। ਇਹਦਾ ਮਤਲਬ ਇਹ ਨਹੀਂ ਕਿ ਧਰਤੀ 'ਚ ਪਾਣੀ ਨਹੀਂ, ਪਾਣੀ ਹੈ। ਉਹ ਕਈਆਂ ਦੇ ਤਾਂ ਪ੍ਰਮਾਤਮਾ ਸਾਖਿਆਤ ਹੈ, ਜਿਵੇਂ ਪਾਣੀ ਦਾ ਚਸ਼ਮਾ ਵਗ ਰਿਹਾ। ਕਈਆਂ ਦਾ 5 ਹੱਥ 10 ਹੱਥ ਜਾਂ ਜ਼ਿਆਦਾ ਡੂੰਘਾ, ਜਿਹੋ ਜਿਹਾ ਸਾਡੀ ਬਿਰਤੀ ਆ ਉਹਦੇ ਮੁਤਾਬਕ ਉਹ ਹੈ।
ਉਸੇ ਪ੍ਰਕਾਰ ਜਿਹੜੇ ਗਿਆਨਵਾਨ ਮਹਾਂਪੁਰਖ ਜਿਗਿਆਸੂ ਨੂੰ ਦੇਖ ਕੇ ਜਿਨ ਟੀਚਰ ਨੇ ਦੇਖਣਾ ਇਹ ਕਿਹੜੀ ਕਲਾਸ ਦਾ, ਉਸ ਤਰ੍ਹਾਂ ਦਾ ਸਿਲੇਬਸ, ਉਸ ਤਰ੍ਹਾਂ ਦੀ ਸਿੱਖਿਆ, ਉਸ ਤਰ੍ਹਾਂ ਦੇ ਇਮਤਿਹਾਨ ਹੁੰਦੇ ਆ। ਇਸੇ ਤਰ੍ਹਾਂ ਜਿਹੜਾ ਜਿਗਿਆਸੂ ਆ ਉਹ ਮਹਾਂਪੁਰਖਾਂ ਨੇ ਦੇਖਣਾ ਇਹ ਕਿਹੜੀ ਕੈਟਾਗਰੀ ਦਾ। ਸਾਰਿਆਂ ਨੂੰ ਇੱਕ ਉਪਦੇਸ਼ ਨਹੀਂ ਹੁੰਦਾ, ਉਹ ਦੇਖ ਕੇ ਜਿਹੋ ਜਿਹਾ ਕਲਾਸ ਦਾ ਉਹਨੂੰ ਉਹਦੇ ਮੁਤਾਬਕ ਉਪਦੇਸ਼ ਦਿੰਦੇ ਆ। ਉਸੇ ਤਰ੍ਹਾਂ ਦੀ ਉਹਨਾਂ ਦੀ ਪਰਖ ਨਿਰਖ ਵਗੈਰਾ ਹੁੰਦੀ ਹੈ। ਜਿਵੇਂ ਉਹ ਬੀਬੀਆਂ ਬਾਜ਼ਾਰ 'ਚੋਂ ਲਾਲਟਣਾ ਖਰੀਦ ਲਈਆਂ, ਜਿਹੜੀਆਂ ਤਾਂ ਸਿਆਣੀਆਂ ਸੀ ਨਾ, ਤੇਲ ਵੀ ਬਦਲਣਾ, ਬੱਤੀ ਦਾ ਵੀ ਫੁੱਲ ਕੱਟਣਾ, ਚਿਮਨੀ ਵੀ ਸਾਫ਼ ਕਰਨੀ। ਇੱਕ ਵਿਚਾਰੀ ਉਹੋ ਜਿਹੀ ਸੀ, ਨਾ ਤਾਂ ਤੇਲ ਦਾ ਖਿਆਲ ਕੀਤਾ, ਨਾ ਬੱਤੀ ਦਾ ਫੁੱਲ ਕੱਟਿਆ, ਤੇ ਨਾ ਚਿਮਨੀ ਸਾਫ਼ ਕੀਤੀ, ਲਾਲਟਣ ਬਾਲਦੀ ਰਹੀ। ਉਹ ਧੂੰਆਂ ਹੋ ਕੇ ਜਿਹੜੀ ਚਿਮਨੀ ਸੀ ਪੂਰੀ ਕਾਲੀ ਹੋ ਗਈ, ਤੇ ਬਾਹਰ ਨਾ ਪ੍ਰਕਾਸ਼ ਆਵੇ ਨਾ ਲਾਈਟ। ਉਹ ਚਿਮਨੀ ਇੰਨੀ ਕਾਲੀ ਹੋ ਗਈ, ਲਾਈਟ ਕਿੱਥੋਂ ਦੇਖਣੀ, ਫੁੱਲ ਕੱਟਿਆ ਨਹੀਂ, ਧੂੰਆਂ ਧੂੰਆਂ। ਉਹ ਹੁਣ ਕਹਿੰਦੀ ਦੂਜਿਆਂ ਨੂੰ, ਹਾਂਜੀ ਗੁਆਂਢਣਾਂ ਨੂੰ, ਵੀ ਮੇਰੇ ਨਾਲ ਦੁਕਾਨਦਾਰ ਨਾਲ ਧੋਖਾ ਕੀਤਾ, ਤੁਹਾਡੀ ਲਾਲਟਣਾ ਕਿਵੇਂ? ਕਹਿੰਦੇ ਸਾਡੀਆਂ ਤਾਂ ਬੜਾ ਪ੍ਰਕਾਸ਼ ਦੇ ਰਹੀਆਂ। ਕਹਿੰਦੇ ਬਾਲ ਕੇ ਦਿਖਾਓ। ਜਿਹਲੇ ਦਿਖਾਇਆ ਬੜਾ ਪ੍ਰਕਾਸ਼, ਸਮੇਂ ਨਾਲ ਫੁੱਲ ਵੀ ਕੱਟਦੀਆਂ ਰਹੀਆਂ, ਤੇਲ ਵੀ ਬਦਲ ਰਹੀਆਂ, ਚਿਮਨੀਆਂ ਵੀ ਸਾਫ਼ ਕਰਦੀਆਂ ਰਹੀਆਂ। ਇਹ ਵਿਚਾਰੀ ਇਸ ਤਰ੍ਹਾਂ ਦੀ ਸੀ। ਕਹਿੰਦੇ ਤੇਰੀ ਕੋਇਲੇ ਦਿਖਾਇਆ, ਉਹ ਧੂਏ ਨੇ ਚਿਮਨੀ ਸਾਰੀ ਕਾਲੀ ਹੋਈ ਤੇ ਪ੍ਰਕਾਸ਼ ਕਿਤੇ ਫੁੱਲ ਬੜਾ ਆਇਆ ਹੋਇਆ, ਕੱਟਿਆ ਨਹੀਂ ਕੈਂਚੀ ਨਾਲ, ਧੂਆਂ ਹੀ ਧੂਆਂ। ਕਹਿੰਦੇ ਮੇਰੇ ਨਾਲ ਧੋਖਾ ਕੀਤਾ ਦੁਕਾਨਦਾਰ ਨਾਲ। ਕਹਿੰਦੇ ਦੁਕਾਨਦਾਰ ਨਾਲ ਤੇ ਕੋਈ ਫਰਮ 'ਚ ਲਾਲਟਣਾ ਬਣੀਆਂ, ਕੋਈ ਧੋਖਾ ਨਹੀਂ। ਤੈਨੂੰ ਆਪ ਬੁੱਧ ਹੈ ਨਹੀਂ, ਨਾ ਤਾਂ ਤੇਲ ਬਦਲਿਆ, ਨਾ ਬੱਤੀ ਦਾ ਫੁੱਲ ਕੱਟਿਆ, ਨਾ ਚਿਮਨੀ ਸਾਫ਼ ਕੀਤੀ, ਲਾਲਟਣ ਹੋ ਗਈ। ਇਸ ਤਰ੍ਹਾਂ ਸਾਡੇ ਅੰਤਿਸ਼ ਕਰਨੀਆਂ ਚਿਮਨੀਆਂ ਸਾਰਿਆਂ ਦੀਆਂ। ਕਈ ਤਾਂ ਤੜਕੇ ਉੱਠੇ, ਇਸ਼ਨਾਨ ਕੀਤਾ, ਫਿਰ ਚੌਂਕੜਾ ਲਾ ਕੇ ਬੈਠੇ, ਫਿਰ ਬਾਣੀ ਨਾਮ ਦਾ ਅਭਿਆਸ ਕੀਤਾ, ਸਮੇਂ ਨਾਲ ਸੇਵਾ ਵਿੱਚ ਵੀ ਹਾਜ਼ਰੀ ਭਰੀ, ਸਤਸੰਗ ਵੀ ਕਰਦੇ ਰਹੇ, ਸਿਆਣੇ ਪੁਰਸ਼ਾਂ ਤੋਂ ਸਿੱਖਿਆ ਵੀ ਲੈਂਦੇ ਰਹੇ। ਉਹਨਾਂ ਦਾ ਤਾਂ ਮਨ ਰੂਪੀ ਅੰਤਿਮ ਚਿਮਨੀ ਸਾਫ਼ ਹੈ। ਉਹਨਾਂ ਨੂੰ ਅੰਦਰ ਬਾਹਰ ਸਾਰੇ ਪ੍ਰਕਾਸ਼ ਚੇਤਨ ਆਤਮਾ ਦਾ ਨਜ਼ਰ ਆ ਰਿਹਾ। ਅੰਤਰ ਬਾਹਰ ਇੱਕੋ ਰਵਿਆ, ਇਹ ਗੁਰ ਗਿਆਨ ਬਤਾਈ ਅਵਸਥਾ ਬਣ ਗਈ। ਤੇ ਜਿਹੜੇ ਉਹੋ ਜਿਹਾ ਜਿਗਿਆਸੂ ਸੀ, ਉਹਨਾਂ ਦੇ ਮਲ ਵਿਖੇਪ ਅਵਰਣ ਰੂਪੀ 3 ਦੋਸ਼ ਸੀ। ਜਿਹੜਾ ਮਲ ਪਾਪਾਂ ਦੀ ਮੈਲ ਦਾ ਦੋਸ਼ ਸੀ, ਇਹ ਨਿਸ਼ਕਾਮ ਕਰਮ ਕਰਨੇ ਸੀ, ਫਿਰ ਦੂਰ ਹੋਣਾ ਸੀ। ਦੂਸਰਾ ਚੰਚਲਤਾ ਦਾ ਦੋਸ਼ ਸੀ, ਇਹ ਉਪਾਸਨਾ ਕਰਨੀ ਸੀ, ਬਹਿ ਕੇ ਧਿਆਨ ਵਿੱਚ ਬਿਰਤੀ ਜੋੜਨੀ ਸੀ, ਮਨ ਇਕਾਗਰ ਕਰਨਾ ਸੀ, ਉਹ ਵੀ ਨਹੀਂ ਕੀਤਾ। ਤੀਸਰਾ ਬੁੱਧੀ ਦੇ ਉੱਤੇ ਅਵਰਣ ਸੀ, ਤੇ ਫਿਰ ਬਾਣੀ ਦੀ ਕਥਾ ਵਿਚਾਰ ਸੁਣ ਕੇ ਗਿਆਨ ਵੀ ਨਹੀਂ ਲਿਆ, ਤੇ ਅਵਰਣ ਕਿਵੇਂ ਦੂਰ ਹੁੰਦਾ? ਉਹ ਫਿਰ ਦੋਸ਼ ਦਿੰਦੇ ਆ, ਜਾਂ ਤਾਂ ਇੰਨਾ ਕਾਲਾ ਹੋ ਗਿਆ, ਕਹਿੰਦੇ ਰੱਬ ਹੈ ਹੀ ਨਹੀਂ। ਇੱਕ ਤਾਂ ਹੁਣ ਸ਼ੀਸ਼ਾ ਪਾਰਾ ਲੱਗਾ, ਉਹ 'ਚ ਚਿਹਰਾ ਦੀਦਾ, ਇੱਕ ਸ਼ੀਸ਼ਾ ਇੰਨਾ ਕਾਲਾ ਹੋਇਆ ਕੁਝ ਵੀ ਨਹੀਂ ਦੀਦਾ। ਇੱਕ ਪਾਰਦਰਸ਼ੀ ਹੈ, ਆਰ ਪਾਰ ਨਿਕਲ ਜਾਂਦਾ। ਇੱਕ ਉਹ ਲੈਂਸ ਆ, ਜਿਹੜੇ ਕੈਮਰਿਆਂ ਫਿੱਟ ਆ, ਫੋਟੋ ਖਿੱਚਦੇ ਆ। ਤੇ ਆ ਜਿਹੜੀਆਂ ਆਪਣੇ ਤੁਹਾਡੀਆਂ ਮਸ਼ੀਨਾਂ ਫੋਟੋ ਸਟੇਟ, ਉਹਨਾਂ 'ਚ ਵੀ ਇਹ ਕੁਛ ਹੈ। ਜਾਂ ਸਰਜ ਲਾਈਟਾਂ ਨਾਲ ਚੱਲੀ ਜਾਂਦਾ, ਦੂਰ ਦੂਰ ਹੈ ਉਹ ਕੁਛ ਲੈਂਸ। ਉਹ ਸੂਰਜ ਦੇ ਸਾਹਮਣੇ ਕਰ ਦਿਓ, ਫੋਕਸ ਬਣਾ ਦਿਓ, ਮੂਹਰੇ ਅੱਗ ਲਾਉਣ ਦੇ, ਸਾੜ ਦਿੰਦੇ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਲੈਂਸ ਸਹੀ ਫਿੱਟ ਕਰ ਲੈ, ਉਹ ਆਪਣੇ ਅੰਦਰ ਪਰਮਾਤਮਾ ਦੀ ਤਸਵੀਰ ਵੀ ਖਿੱਚ ਲੈਂਦੇ। ਤੇ ਜਿਨ੍ਹਾਂ ਦੀ ਬਿਰਤੀ ਚੰਚਲ ਹੈ, ਉਹ ਫਿਰ ਭਟਕਦੇ ਫਿਰਦੇ। ਤੇ ਜਿਨ੍ਹਾਂ ਦੀ ਬੁੱਧੀ ਤੇ ਅਵਰਣ ਪੜਦਾ ਪਿਆ ਹੋਇਆ, ਉਹ ਕਹਿੰਦੇ ਰੱਬੇ ਹੈ ਨਹੀਂ। ਇੱਕ ਪੱਥਰ ਹੈ, ਸੂਰਜ ਦੀਆਂ ਕਿਰਨਾਂ ਉੱਤੇ ਵੀ ਪੈਣੀਆਂ, ਵਾਪਸ ਲੌਟ ਜਾਂਦੀਆਂ, ਪਾਰਦਰਸ਼ੀ ਪਾਰ ਨਿਕਲ ਜਾਂਦੀਆਂ। ਸ਼ੀਸ਼ੇ ਦੇ ਪੈਣੀਆਂ, ਉਹ ਤੁਹਾਡਾ ਚਿਹਰਾ ਦਿਖਾਉਣੀਆਂ। ਇਸ ਵਾਸਤੇ ਜੋ ਪੱਥਰ ਦੇ ਪੈਣੀਆਂ ਪੈਂਦੀਆਂ ਤਾਂ ਹੈ, ਪਰ ਉਹ ਜੜ ਹੈ। ਕਈਆਂ ਦੀ ਬੁੱਧੀ ਨਹੀਂ, ਜੜ ਹੋ ਗਈ, ਇੰਨੇ ਮਨ ਕਾਲੇ ਹੋ ਗਏ, ਦਿਸਦਾ ਹੀ ਕੁਛ ਨਹੀਂ।
ਉਹ ਕਹਿੰਦੇ ਰੱਬ ਹੈ ਨਾ। ਉਹਨਾਂ ਦੇ ਕਹਿਣ ਰੱਬ ਥੋੜ੍ਹੀ ਖਤਮ ਹੋ ਜਾਏਗਾ। ਰੱਬ ਤਾਂ ਸਦਾ ਹੀ ਹੈ। ਪ੍ਰਭ ਮੇਰਾ ਥਰਥਾਵਰੀ ਹੋਰ ਆਵੇ ਜਾਏ। ਜ਼ਿਮੀ ਜ਼ਮਾ ਕੇ ਵੇਖੇ ਸਮਸਤ ਇੱਕ ਜੋਤ ਹੈ। ਨਾ ਬਾਦ ਹੈ ਨਾ ਕਾਟ ਹੈ ਨਾ ਕਾਟ ਬਾਦ ਹੋਤ ਹੈ। ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹ ਤਾਂ ਹਰ ਵੇਲੇ ਹਰ ਜਰਰੇ ਵਿੱਚ ਵਿਆਪਕ ਸਰੂਪ ਹੈ। ਜਦੋਂ ਗੁਰੂ ਨਾਨਕ ਸਾਹਿਬ ਆਰਾਮ ਦੀ ਰਾਜਧਾਨੀ ਤਹਿਰਾਨ 'ਚ ਗਏ ਸੀ, ਸਤਸੰਗ ਹੋਇਆ, ਬਹੁਤ ਸੰਗਤਾਂ ਦਾ ਮੇਲ ਜੋਲ ਹੋਣਾ ਸ਼ੁਰੂ ਹੋਇਆ। ਉਹਨੇ ਕਿਹਾ ਇਸਲਾਮੀ ਦੇਸ਼, ਇੱਥੇ ਆ ਕੇ ਆਪਣਾ ਹੀ ਪ੍ਰਚਾਰ ਸ਼ੁਰੂ ਕਰਤਾ। ਉਹਨਾਂ ਦਾ ਹੈਡ ਮੌਲਵੀ ਆਇਆ, ਉਹਨਾਂ ਆ ਕੇ 3 ਪ੍ਰਸ਼ਨ ਕੀਤੇ। ਕਹਿੰਦੇ ਨਾਨਕ, ਸੁਣਿਆ ਕਿ ਤੁਸੀਂ ਮੱਕਾ ਘੁਮਾਇਆ, ਗੋਸ਼ਟੀਆਂ ਹੋਈਆਂ, ਮੇਰੇ 3 ਪ੍ਰਸ਼ਨਾਂ ਦਾ ਉੱਤਰ ਦਿਓ। ਮਹਾਰਾਜ ਕਹਿੰਦੇ ਦੱਸੋ। ਕਹਿਣ ਲੱਗੇ ਰੱਬ ਕਿੱਥੇ ਰਹਿੰਦਾ? ਰੱਬ ਕਿੱਥੇ ਰਹਿੰਦਾ? ਰੱਬ ਤੋਂ ਪਹਿਲਾਂ ਕੀ ਸੀ? ਰੱਬ ਕੀ ਕਰਦਾ ਹੈ? 3 ਪ੍ਰਸ਼ਨ ਕੀਤੇ ਗਏ। ਮਹਾਰਾਜ ਕਹਿੰਦੇ ਕੱਲ ਨੂੰ ਦੁੱਧ ਲੈ ਕੇ ਆਈ, ਫਿਰ ਦੱਸਾਂਗੇ। ਉਸ ਨੇ ਗੜਵਾ ਮਾਂਜਿਆ, ਸੁਖਮਾਂ ਸੁੱਕੇ ਹੱਥਾਂ ਦੇ ਨਾਲ ਦੁੱਧ ਚੋ ਕੇ ਲਾਇਆ। ਮਿੱਠੇ ਦੀ ਪੂੜੀ ਵੀ ਜੁਦੀ ਲਾਇਆ। ਕਹਿੰਦੇ ਮਹਾਰਾਜ ਦੁੱਧ ਹਾਜ਼ਰ ਹੈ, ਲੁਟੀਆ ਲਾਇਆ। ਮਹਾਰਾਜ ਕਹਿੰਦੇ ਇਹਦੇ ਵਿੱਚ ਕੀ ਹੈ? ਕਹਿੰਦੇ ਜੀ ਨਰੋਲ ਖਾਲਸ ਦੁੱਧ, ਮੈਂ ਮਿੱਠਾ ਵੀ ਨਹੀਂ ਪਾਇਆ। ਕਈ ਵਰਤਦੇ ਨਹੀਂ, ਕਈ ਘੱਟ ਵੱਧ ਵਰਤਦੇ ਆ, ਜੁਦਾ ਲਾਇਆ। ਮਹਾਰਾਜ ਕਹਿੰਦੇ ਖਿਆਲ ਨਾ ਦੱਸ ਇਹਦੇ 'ਚ ਕੀ ਹੈ? ਕਹਿੰਦੇ ਨਹੀਂ ਜੀ ਬਿਲਕੁਲ ਦੁੱਧ, ਪਾਣੀ ਦੀ ਵੀ ਛਿੱਟ ਨਹੀਂ, ਸੁੱਕੇ ਹੱਥੀਂ ਚੋਇਆ, ਸੁੱਕ ਮਾਂਜ ਗੜਵੇ ਵਿੱਚ। ਮਹਾਰਾਜ ਕਹਿੰਦੇ ਮੌਲਵੀ ਜੀ ਸੋਚ ਲਓ, ਇਹਦੇ 'ਚ ਮਲਾਈ ਵੀ ਹੈ, ਇਹਦੇ 'ਚ ਮੱਖਣ ਵੀ ਹੈ, ਇਹਦੇ 'ਚ ਘੀ ਵੀ ਹੈ, ਇਹ 'ਚ ਦਹੀਂ ਵੀ ਹੈ, ਇਹ 'ਚ ਪਨੀਰ ਵੀ ਹੈ, ਇਹ 'ਚ ਖੋਆ ਵੀ ਹੈ, ਇਹ 'ਚ ਬਰਫੀ ਵੀ ਹੈ, ਇਹ 'ਚ ਪੇੜੇ ਵੀ ਹੈ, ਇਹਦੇ 'ਚ ਮਿਠਾਸ ਵੀ ਹੈ, ਇਹਦੇ ਧੰਦਿਆਈ ਵੀ ਹੈ, ਇਹਦੇ 'ਚ ਪ੍ਰਕਾਸ਼ ਵੀ ਹੈ। ਇਹ ਸਾਰੇ ਸਾਲਣਿਆਂ ਨੂੰ ਵੀ ਸਵਾਰਨ ਵਾਲਾ ਹੈ। 5ਵਾਂ ਪਾਇਆ ਕਿਰਤਾਂ ਹੋਆ ਪਾਕ ਪਵਿੱਤ। ਕਹਿੰਦੇ ਨਜ਼ਰ ਨਹੀਂ ਆਉਂਦਾ। ਕਹਿੰਦੇ ਕਿਵੇਂ ਚੀਜ਼ਾਂ ਕੱਢੀ ਦੀਆਂ? ਕਹਿੰਦੇ ਜਾਗ ਲਾ ਕੇ ਜੁਗਤੀ ਨਾ। ਕਹਿੰਦੇ ਬਸ ਜਿਸ ਤਰ੍ਹਾਂ 'ਚ ਸਾਰੀਆਂ ਚੀਜ਼ਾਂ ਵਿਆਪਕ ਆ, ਰੱਬ ਸਾਰੇ ਵਿਆਪਕ ਆ, ਪਰ ਜੁਗਤੀ ਦੁਆਰਾ ਪ੍ਰਗਟ ਹੁੰਦਾ ਹੈ। ਗੱਜ ਕੇ ਬੋਲੋ ਸਤਿਨਾਮ। ਸੰਤਨ ਹੱਥ ਰਾਖੀ ਕੁੰਜੀ, ਆਨੰਦ ਬਾਣੀ ਪੂੰਜੀ। ਜੁਗਤੀ ਦੁਆਰਾ, ਵਿਚਾਰ ਦੁਆਰਾ। ਕਹਿੰਦੇ ਕਮਾਲ ਕਰਤੀ। ਉੱਤਰ ਬੜਾ ਸੰਖੇਪ, ਬੜਾ ਸੁੰਦਰ, ਠੋਸ। ਕਹਿਣ ਲੱਗੇ ਰੱਬ ਤੋਂ ਪਹਿਲਾਂ ਕੀ ਸੀ? ਕਹਿੰਦੇ ਮੌਲਵੀ ਜੀ ਤੁਸੀਂ ਬੜੇ ਆਲਮ ਫਾਜ਼ਲ ਨਜ਼ਰ ਆਉਂਦੇ ਆ, ਇਹ ਤੁਹਾਨੂੰ 100 ਤੇ ਗਿਣਤੀ ਗਿਣਨੀ ਆਉਂਦੀ ਹੈ। ਕਹਿੰਦੇ ਮਹਾਰਾਜ ਕਿਉਂ ਟੀਚਰ ਕਰਦੇ ਆ? ਫਿਰ ਮੈਨੂੰ 100 ਤੇ ਵੀ ਗਿਣਨਾ ਨਹੀਂ ਆਉਂਦਾ। ਮਹਾਰਾਜ ਕਹਿੰਦੇ ਸੁਣਾਓ। ਉਹ ਲੱਗ ਪਿਆ 1 2 3 4 5 6 7 8 9 10। ਕਹਿੰਦੇ ਬਸ ਬਹੁਤ। ਕਹਿੰਦੇ ਮੌਲਵੀ ਜੀ ਦੱਸੋ, ਜਿਹੜਾ ਤੁਹਾਡਾ ਅਲਫ ਅੱਖਰ ਆ, ਇਹ ਤੋਂ ਪਹਿਲਾਂ ਕਿਹੜਾ ਅੱਖਰ ਆ? ਕਹਿੰਦੇ ਜੀ ਅਲਫ ਤੋਂ ਪਹਿਲਾਂ ਕੋਈ ਅੱਖਰ ਨਹੀਂ। ਕਹਿੰਦੇ ਫਿਰ ਰੱਬ ਤੋਂ ਪਹਿਲਾਂ ਕੌਣ ਹੋਏਗਾ? ਰੱਬੇ ਰੱਬ ਬਾਕੀ ਸਭ ਜਬ। ਉਹ ਤਾਂ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਓਮ ਪੂਰਨ ਮਦਾ ਪੂਰਨ ਮਿਦੰ ਪੂਰਨਮਾਦ। ਉਹ ਤਾਂ ਸਦਾ ਹੀ ਪੂਰਨ ਆ। ਇਸ ਵਾਸਤੇ ਉਹਦੇ ਬਾਰੇ ਤੂੰ ਕੀ ਕਹਿਣਾ? ਉਹ ਤਾਂ ਸਦਾ ਹੀ ਹੈ। ਜਿਵੇਂ 1 ਤੋਂ ਪਹਿਲਾਂ ਕੋਈ ਅੰਕ ਨਹੀਂ, ਰੱਬ ਤੋਂ ਪਹਿਲਾਂ ਵੀ ਕੋਈ ਨਹੀਂ, ਰੱਬੇ ਰੱਬ ਆ। ਕਹਿੰਦੇ ਕਮਾਲ ਕਰਤੀ। ਕਹਿੰਦੇ ਹੁਣ 30 ਪ੍ਰਸ਼ਨ ਦਾ ਉੱਤਰ ਦਿਓ, ਰੱਬ ਕੀ ਕਰਦਾ? ਮਹਾਰਾਜ ਕਹਿੰਦੇ ਤੇਰੇ ਆਸਣ ਤੇ ਆ ਕੇ ਉੱਤਰ ਦਿਆਂਗੇ। ਮੌਲਵੀ ਬੜਾ ਖੁਸ਼ ਹੋ ਗਿਆ ਵੀ ਖੁੱਡ ਤੇ ਦਾ ਜੂਹਾ ਵੀ ਸ਼ੇਰ ਹੁੰਦਾ, ਵੀ ਉੱਥੇ ਆਪਾਂ ਨਾ ਆਪਣੇ ਪੱਖ ਦੇ ਬੰਦੇ ਖੜੇ ਕਰ ਲੈਣੇ ਆ, ਟੀਮ ਖੜੀ ਕਰਕੇ, ਜੇ ਜਿੱਤੇ ਵੀ ਰੌਲਾ ਪਾ ਕੇ ਆਪਾਂ ਜਿੱਤ ਪ੍ਰਾਪਤ ਕਰ ਲੈਣੀ। ਹੁਣ ਜੀ ਬੜੀ ਵੱਡੀ ਸਟੇਜ ਬਣਾਈ, ਐਨ ਗੱਦੇ ਛੱਦੇ ਲਾ ਲੈ, ਤਕੀਏ ਤੁਕੇ ਬੜੇ ਸਰਾਣੇ ਰੱਖ ਲੈ, ਚਾਂਦੀ ਦੀਆਂ ਚੋਬਾਂ ਦੇ ਖੜੇ ਕਰਤੇ,
ਆਪਣੇ ਪੱਖ ਦੇ ਬਹੁਤ ਬੰਦੇ ਖੜੇ ਕਰਤੇ। ਇਹਨਾਂ ਨਾਲ ਤਾਂ ਦੋਏ ਮਰੀਦ ਹੈ ਨਾ, ਭਾਈ ਬਾਲਾ ਮਰਦਾਨਾ ਤੇ ਬੜਾ ਠਾਠਾ ਬਾਗਾ ਬਣਾ ਕੇ, ਜਿਵੇਂ ਅੱਜ ਕੱਲ੍ਹ ਆ ਨਵੇਂ ਗੁਰੂ ਠਾਠਾ ਬਾਗਾ ਜਿਹਾ ਬਹੁਤ ਬਣਾਉਂਦੇ ਨੇ। ਉੱਚੀ ਦੁਕਾਨ ਫਿੱਕਾ ਭਗਵਾਨ ਹੁੰਦਾ ਕੁਛ ਨਹੀਂ। ਹਾਂਜੀ, ਬੜੇ ਸਟੋਰ ਜੇ ਚੰਗਾ ਮੋਹਰੇ ਬਣਾਇਆ ਹੋਵੇ ਨਾ, ਫਿਰ ਗਾਹਕ ਜੱਗੇ ਫਸਦੇ। ਇਹੋ ਜਿਹਾ ਅੱਜ ਕੱਲ੍ਹ ਠਾਠਾ ਬਾਗਾ ਬਹੁਤ ਚੱਲਦਾ, ਫਸ ਜਾਂਦੇ ਲੋਕ। ਇਹਨ ਵੀ ਚੰਗਾ ਠਾਠਾ ਬਾਗਾ ਜਿਹਾ ਬਣਾ ਲਿਆ। ਮਹਾਰਾਜ ਆ ਗਿਆ, ਉੱਥੇ ਬੈਠਾ ਹੱਸ ਰਿਹਾ, ਕਹਿਣ ਲੱਗੇ ਨਾਨਕ ਦਰਵੇਸ਼, ਤੈਂ ਮੇਰੇ 2 ਪ੍ਰਸ਼ਨਾਂ ਦਾ ਉੱਤਰ ਬਹੁਤ ਵਧੀਆ ਦਿੱਤਾ, ਮੇਰੇ ਤੀਸਰੇ ਪ੍ਰਸ਼ਨ ਉੱਤਰ ਦਿਓ, ਖੁਦਾ ਕੀ ਕਰਦਾ? ਮਹਾਰਾਜ ਕਹਿਣ ਲੱਗੇ ਮੌਲਵੀ ਜੀ ਇਹ ਗੱਲ ਦੱਸੋ, ਤੁਸੀਂ ਮੈਨੂੰ ਚੇਲਾ ਸਮਝ ਕੇ ਪ੍ਰਸ਼ਨ ਕਰਦੇ ਆ, ਗੁਰੂ ਸਮਝ ਕੇ ਕਰਦੇ ਆ, ਗੁਰ ਭਾਈ ਸਮਝ ਕੇ ਕਰਦੇ ਆ, ਕਿਵੇਂ ਕਰਦੇ ਆ? ਜੇ ਤੁਸੀਂ ਇਹ ਗੱਲ ਕਹੋ ਮੈਂ ਤੇਰਾ ਚੇਲਾ ਨਹੀਂ, ਤੂੰ ਮੇਰਾ ਗੁਰੂ ਨਹੀਂ, ਤੂੰ ਮੇਰਾ ਗੁਰ ਭਾਈ ਨਹੀਂ, ਤੂੰ ਮੇਰਾ ਸ਼ੇਸ਼ ਨਹੀਂ, ਆਪਣਾ ਨਾਤਾ ਤਾਂ ਹੈ ਨਹੀਂ, ਪ੍ਰਸ਼ਨ ਕਿਵੇਂ ਕਰ ਰਹੇ ਹੈ? ਜੇ ਤਾਂ ਤੂੰ ਉਸਤਾਦ ਹੋਵੇਂ ਫੇਰ ਮੈਨੂੰ ਪੁੱਛ ਸਕਦਾ, ਤੂੰ ਮੇਰਾ ਉਸਤਾਦ ਨਹੀਂ। ਜੇ ਗੁਰ ਭਾਈ ਆਪਾਂ ਇਕੱਠੇ ਕਿਸੇ ਤੋਂ ਸੰਥਿਆ ਪੰਥਿਆ ਨਹੀਂ ਕੀਤੀ, ਇਹ ਵੀ ਗੱਲ ਨਹੀਂ, ਗੁਰਦੀਖਤ ਨਹੀਂ ਹੋਏ। ਤੀਸਰਾ, ਤੂੰ ਵੀ ਸਾਡਾ ਸ਼ਾਗਿਰਦ ਨਹੀਂ, ਕਿਵੇਂ ਪ੍ਰਸ਼ਨ? ਕਹਿੰਦਾ ਜੀ ਮੈਂ ਮੁਰਤ ਤੁਹਾਨੂੰ ਆਪਣਾ ਮੁਰਸ਼ਿਦ ਜਾਣ ਕੇ ਪ੍ਰਸ਼ਨ ਕਰਦਾ। ਸੱਚ ਦਾ ਫੇ ਨਿਕਲ ਹੀ ਆਉਂਦਾ ਨਾ, ਜਿਵੇਂ ਮਰਜੀ ਹੇਰਾ ਫੇਰੀਆਂ ਕਰ ਲਈਏ। ਮਹਾਰਾਜ ਕਹਿੰਦੇ ਅੱਛਾ ਮੁਰਸ਼ਿਦਾਂ ਵੀ ਕਰਦਾ? ਕਹਿੰਦੇ ਫੇਰ ਤਾਂ ਤੂੰ ਬੜਾ ਮੂਰਖ ਬੰਦਾ, ਆਪ ਤੂੰ ਐਡੇ ਵੱਡੇ ਠਾਠਾ ਬਾਗ ਬਣਾ ਕੇ ਬੈਠਾ, ਜਿਹਨੂੰ ਮੁਰਸ਼ਿਦ ਕਹਿੰਦਾ ਉਹ ਕੋਨੇ ਖੜਾ। ਕਹਿੰਦੇ ਥੱਲੇ ਆ ਜਾ, ਜਿਹੜੇ ਮੁਰਸ਼ਿਦ ਕੋ ਜਾਇ ਜਾ ਗੱਲ ਚ ਪੱਲਾ ਪਾਈਦਾ, ਭੇਟਾ ਰੱਖ ਕੇ ਚਾਰਦਾ ਨੂੰ ਨਮਸਕਾਰ ਕਰੀ ਦੀ ਹੈ, ਫੇਰ ਬੇਨਤੀ ਕਰੀ ਦੀ ਹੈ, ਫੇਰ ਮਹਾਰਾਜ ਸੰਸਾ ਹੈ ਇਹ ਦੂਰ ਕਰ ਦਿਓ। ਆ ਗਿਆ ਜੀ ਥੱਲੇ, ਭੇਟਾ ਲੈ ਕੇ ਨਮਸਕਾਰ ਕਰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਆਸਣ ਦੇ ਬਹਿ। ਕਹਿੰਦੇ ਹੁਣ ਕਰ। ਕਹਿੰਦੇ ਮਹਾਰਾਜ ਦੱਸੋ ਖੁਦਾ ਕੀ ਕਰਦਾ? ਕਹਿੰਦੇ ਉੱਤਰ ਤਾਂ ਮਿਲ ਗਿਆ ਤੈਨੂੰ, ਖੁਦਾ ਇਹ ਕਰਦਾ ਜਿਹੜੇ ਤੇਰੇ ਉੱਤੇ ਬੈਠੇ ਹੁੰਦੇ ਥੱਲੇ ਲਾ ਲੈਂਦਾ, ਜਿਹੜੇ ਥੱਲੇ ਹੁੰਦੇ ਉਹਨੂੰ ਉੱਤੇ ਬਹਾਲ ਦਿੰਦਾ। ਇਹ ਕੰਮ ਖੁਦਾ ਕਰ ਦਿੰਦਾ ਹੁੰਦਾ। ਇਸ ਕਰਕੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੂੰ ਦੁਨੀਆ ਜਗਤ ਗੁਰੂ ਐਵੇਂ ਨਹੀਂ ਕਹਿੰਦੀ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ, ਸੱਚਾ ਢੋਲ, ਗੁਰਮੁਖ ਕਲ ਵਿੱਚ ਪ੍ਰਗਟ ਹੋ। ਤੁਹਾਨੂੰ ਮਾਣ ਸਤਿਕਾਰ ਹੋਣਾ ਚਾਹੀਦਾ ਕਿ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਗੁਰੂ ਮਿਲੇ ਆ। ਪਰ ਸਾਡੀ ਬਦਕਿਸਮਤੀ, ਰਸ਼ੀਆ ਵਾਲੇ ਕਹਿੰਦੇ ਜੇ ਕਿਤੇ ਗੁਰੂ ਨਾਨਕ ਦਸਮ ਪਾਤਸ਼ਾਹ ਸਾਡੇ ਦੇਸ਼ 'ਚ ਆ ਜਾਂਦੇ ਨਾ, ਸਾਰੀ ਵਰਲਡ ਨੂੰ ਆਪਾਂ ਆਪਣੀ ਲਪੇਟ 'ਚ ਲੈ ਆਉਂਦੇ। ਅਸੀਂ ਕਦਰ ਨਹੀਂ ਜਾਣੀ। ਸਾਡੇ 500 ਸਾਲ ਤੋਂ 2 ਸਾਲ ਉੱਪਰ ਹੋ ਗਏ ਮਾਰਨ ਅਵਤਾਰ ਧਾਰਿਆ, ਹਾਲੇ ਤੱਕ ਅਸੀਂ ਜਟਾ ਜੂਟ ਨਹੀਂ ਹੋ ਸਕੇ, ਸ਼ਰਾਬਾਂ ਨਹੀਂ ਛੱਡ ਸਕੇ, ਡੋਡੇ ਫੀਮਾਂ ਨਹੀਂ ਛੱਡ ਸਕੇ, ਆ ਚਿੱਟੇ ਚੁੱਟੇ ਜਾਂ ਧੂਏ ਲੈਂਦੇ ਫਿਰਦੇ ਆ, ਇਹ ਨਹੀਂ ਛੱਡ ਸਕਦੇ। ਹੁਣ ਆ ਸਿੱਖਾਂ ਦੇ ਮੁੰਡਿਆਂ 'ਚ ਨਵਾਂ ਰਿਵਾਜ ਤੁਰਿਆ, ਚਿਲਮਾਂ ਪੀਣ ਲੱਗ ਪਿਆ। ਚਿਲਮਾਂ ਸਿਗਰਟਾਂ, ਜਿਹਨੂੰ ਮਾਰਨ ਗਿਆ ਸੀ ਤਨਕ ਤਮਾਕੂ ਸੇਵੀਆ ਦੇ ਪਿੱਤਰ ਛੱਡ ਜਾਏ, ਪਾਣੀ ਤਾਂ ਕੇ ਹਾਥ ਕਾ ਮਦਰਾ ਸਮ ਹੋਏ ਜਾਏ, ਧੂਮਰ ਪਾਣੀ ਵਿਪਰ ਕੋ ਦਹਿ ਦਾਨ ਜੇ ਕੋਏ, ਦਾਤਾ ਨਰਕ ਵਾਸ ਲੈ ਵਿਪਰ ਸੂਕਰ ਪਰ ਸੋਏ। ਪਰ ਅੱਜ ਅਸੀਂ ਕਿੱਧਰ ਤੁਰ ਪਏ? ਇਹ ਫੈਸ਼ਨ ਬਣਾ ਲਿਆ ਅਸੀਂ, ਇਹਦੇ 'ਚ ਅਸੀਂ ਫਖਰ ਸਮਝ ਰਹੇ ਹਾਂ। ਫਖਰ ਤਾਂ ਆ ਜੇ ਸਿੱਖੀ ਸਿਧਾਂਤਾਂ 'ਚ ਆ ਕੇ ਖੰਡੇਵਾੜਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਔਰ ਜਿਹਨੂੰ ਮਾਰਨ ਕਿਹਾ ਸੀ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇਗਾ ਵਿਪਰਨ ਕੀ ਰੀਤ, ਤਬ ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਸੀਂ ਆਪਣੀ ਪ੍ਰਤੀਤ ਉਗਵਾ ਲਈ ਹੈ। ਫੜਾਂ ਤਾਂ ਬਹੁਤ ਮਾਰਦੇ ਤਿੜਾਂ, ਤੇ ਕੇਸਗੜ੍ਹ ਤਖਤ ਕਲਗੀਧਰ ਪਾਤਸ਼ਾਹ ਜਿੱਥੇ ਸਿੱਖੀ ਦੀ ਪਰਖ ਕਰਕੇ ਖੰਡੇਵਾ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ, ਉੱਥੇ ਆ ਕੇ ਕੋਈ ਸਿਗਰਟ ਲਾਵੇ, ਸਿਗਰਟ ਦਾ ਧੂੰਆਂ ਛੱਡੇ, ਕਿੱਡੇ ਕੁ ਬਹਾਦਰ ਹੈ। ਹਾਲੇ ਉਹ ਘਟਨਾ ਪੁਰਾਣੀ ਹੋਈ ਨਾ,
ਜਾਖ ਮਹੱਲਾ ਹੀ ਸੀ। ਤੇ ਹੁਣ ਦਰਬਾਰ ਸਾਹਿਬ ਜੰਗਲਾ ਟੱਪ ਕੇ ਅੰਦਰ ਗਿਆ। ਜੇ ਕਿਤੇ ਉਹ ਪਿਸਟਲ ਲੈ ਕੇ ਆਉਂਦਾ ਉੱਥੇ ਕਾਰਨਾਮਾ ਕਰਦਾ ਤਾਂ ਕੀ ਹੁੰਦਾ, ਜਾਂ ਕੋਈ ਹੋਰ ਹਥਿਆਰ ਲੈ ਕੇ। ਆਪਾਂ ਕਿਹੜਾ ਵੀ ਡਿਟੈਕਟਰ ਨੇ ਚੈੱਕ ਕੀਤਾ ਸੀਗਾ ਇਹਨੂੰ। ਜਦੋਂ ਪਕੜਿਆ ਗਿਆ ਤੇ ਸ੍ਰੀ ਸਾਹਿਬ ਫੜ ਕੇ ਉੱਥੇ ਜਿਹੜੇ ਭਾਈ ਜੀ ਸੀ ਉਹਨਾਂ ਤੇ ਵਾਰ ਕਰਦਾ ਜਾਂ ਕੋਈ ਹੋਰ ਕਰਦਾ ਤਾਂ ਥੱਲੀ ਮੱਚ ਜਾਂਦੀ। ਅਸੀਂ ਇੰਨੇ ਅਵੇਸਲੇ ਹਾਂ, ਇੱਕ ਬੰਦਾ ਇੰਨੀਆਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਉੱਥੇ ਪਹੁੰਚ ਰਿਹਾ। ਧੰਨ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਜਰਨੈਲ ਭੀਮ ਚੰਦ ਕਹਿੰਦਾ ਕੋਈ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਗ੍ਰਿਫਤਾਰ ਕਰ ਲਿਆਏ, ਉਹਨਾਂ ਦਾ ਸੀਸ ਲੈ ਕੇ ਆਏ। ਤੇ ਮਹਾਰਾਜ ਦਾ ਜਰਨੈਲ ਭਾਈ ਮਨੀ ਸਿੰਘ ਸਵੈਬ ਦੇ ਸੁਪੁੱਤਰ ਇਹ ਗਿਆਨੀ ਸਿੰਘ ਆ, ਭਾਈ ਮਨੀ ਸਿੰਘ ਬਾਬਾ ਦੀਪ ਸਿੰਘ। ਗਿਆਨੀਆਂ ਨੇ ਬੰਦ ਕਟਾਏ, ਗਿਆਨੀਆਂ ਨੇ ਤਲੀ ਤੇ ਸਿਰ ਲੈ ਕੇ ਦਰਬਾਰ ਸਾਹਿਬ ਲਈ ਸੀਸ ਭੇਟ ਕੀਤੇ। ਬਾਬਾ ਦੀਪ ਸਿੰਘ ਗਿਆਨੀ ਆ, ਬਾਬਾ ਗੁਰਬਖਸ਼ ਸਿੰਘ ਗਿਆਨੀ ਸੀ ਜਿਨ੍ਹਾਂ ਦਾ ਪਿੱਛੇ ਸਥਾਨ ਆ ਅਕਾਲ ਤਖ਼ਤ ਸਾਹਿਬ ਦੇ। ਇਹ ਗਿਆਨੀ ਆ ਸਾਰੇ ਮਹਾਰਾਜ ਦੇ, ਬ੍ਰਹਮ ਗਿਆਨੀ ਸਾਧ ਸੰਗਤ ਜੀ। ਮਹਾਰਾਜ ਜਰਨੈਲ ਉਦੈ ਸਿੰਘ ਕਿਸੇ ਨੂੰ ਦੱਸਿਆ ਹੀ ਨਹੀਂ, ਇੰਨਾ ਸੁਚੇਤ ਵਾਲੇ ਪਰ ਨਹੀਂ ਕਰਦਾ। ਉੱਥੇ ਬਸ ਜਿਵੇਂ ਮਤੀਰਾ ਵੇਲ ਨੂੰ ਤੋੜੀ ਦਾ ਨਾ, ਕੱਦੂ ਵਰਗਾ ਸਿਰ ਲਾ ਕੇ ਕਲਪੇ ਬਰਛੇ ਤੇ ਟੰਗ ਕੇ ਤੇ ਆ ਵੀ ਗਿਆ ਮਹਾਰਾਜ ਕੋਲ। ਆਇਆ ਮਹਾਰਾਜ ਕੇਸਰੀ ਚੰਦ ਜਿਹੜਾ ਤੁਹਾਡੇ ਸੀਸ ਦੇ ਸੁਪਨੇ ਲੈਂਦਾ ਸੀ। ਗੱਜ ਕੇ ਬੋਲੋ। ਇੰਨੇ ਤਿਆਰ ਪਰ ਤਿਆਰ ਸਿੰਘ ਸੀ ਤਾਂ ਲੱਖਾਂ ਫੌਜਾਂ ਨਾਲ ਉਹ ਜੰਗ ਲੜਦੇ ਸੀ। ਅੱਜ ਅਸੀਂ ਅਕਲੀ ਸ਼ੇਰ ਬਹੁਤ ਬਣ ਗਏ, ਕਲਮ ਬੜੀ ਚੱਲਦੀ, ਜ਼ੁਬਾਨ ਬੜੀ ਚੱਲਦੀ ਹੈ। ਮਹਾਰਾਜ ਰਣਜੀਤ ਸਿੰਘ ਸ਼ਾਹੀ ਅਨਪੜ੍ਹ ਸਨ, ਪਰ ਉਹਨਾਂ ਕੋਲ ਸੂਰਬੀਰਤਾ ਸੀ, ਜਪ ਤਪ ਸੀ। ਸਾਧੂ ਕਮਰ ਕਸੀ ਤੇਰੀ ਦੇਖੀ, ਕਬਹੂ ਨਾ ਸੁਸਤੀ ਮੁਖ ਪਰ ਪੇਖੀ। 1,25,000 ਵਰਗ ਮੀਲ ਲੰਬਾ ਰਾਜ ਬਣਾਇਆ, 40 ਸਾਲ। ਬਾਬਾ ਸਾਹਿਬ ਬੇਦੀ ਦੀ ਕਿਰਪਾ ਨਾਲ ਤੇ ਅੱਜ ਅਸੀਂ ਪੜ੍ਹ ਲਿਖ ਤਾਂ ਬਹੁਤ ਗਏ ਹਾਂ, ਗੱਲਾਂ ਬਾਤਾਂ ਨੂੰ ਬੜੇ ਹੁਸ਼ਿਆਰ ਬਣ ਗਏ ਹਾਂ, ਪਰ ਇਹ ਚੀਜ਼ਾਂ ਸਾਤੋਂ ਬੜੀਆਂ ਦੂਰ ਹੁੰਦੀਆਂ ਜਾ ਰਹੀਆਂ ਹਨ। ਹੌਸਲਾ ਪਸਤ ਨਹੀਂ ਕਰਨਾ, ਗੁਰੂ ਦਾ ਇਤਿਹਾਸ ਸੁਣ ਕੇ ਸੂਰਬੀਰ ਬਹਾਦਰ ਬਣਨਾ। ਹਾਂਜੀ, ਰਾਗੀ ਲੇਟ ਹੋ ਗਿਆ, ਕੋਈ ਗੱਲ ਨਹੀਂ, ਫਿਰ ਓਵਰ ਟਾਈਮ ਲਾ ਲੈਂਦੇ ਆ। ਇਹ ਵੀ ਲਾਉਣਾ ਪੈਂਦਾ ਨਾ, ਓਵਰ ਟਾਈਮ ਕਰ ਲੈਂਦੇ ਆਪਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕੈਸੀ 850 ਸਾਲ ਮੁਗਲਾਂ ਦਾ ਰਾਜ, ਬੰਦੇ ਬਹਾਦਰ ਸੰਤ ਤੇ ਕਿਰਪਾ ਕਰਤੀ। 8 ਸਾਲਾਂ ਚ ਪਹਿਲੀ ਵਾਰੀ ਹਿੰਦੁਸਤਾਨ ਚ ਰੈਵੋਲੂਸ਼ਨ ਆਇਆ, ਪਹਿਲੀ ਵਾਰੀ। ਸੰਮਤ ਸਿੱਕੇ ਮੋਹਰਾਂ ਚਲਾ ਦਿੱਤੀਆਂ, ਖਾਲਸਾ ਰਾਜ ਦੀਆਂ ਲੋਹਗੜ੍ਹ ਰਾਜਧਾਨੀਆਂ ਕਾਇਮ ਕਰ ਦਿੱਤੀਆਂ। 8 ਸਾਲਾਂ ਚ ਉਹ ਕੰਮ ਕਰਕੇ ਦਿਖਾਤਾ। ਇਹ ਬਰਕਤ ਕਾਹਦੀ ਸੀ? ਖੰਡੇ ਬਾਟੇ ਅੰਮ੍ਰਿਤ ਦੀ, ਬਾਣੀ ਬਾਣੇ ਦੀ, ਸਿਮਰਨ ਦੀ, ਗੁਰੂ ਦੀ ਬਖਸ਼ੀਸ਼ ਦੀ। ਇਸ ਪਾਸੋਂ ਆਪਾਂ ਹੁਣ ਮੁਨਕਰ ਹੁੰਦੇ ਜਾ ਰਹੇ ਹਾਂ। ਤੇ ਨੌਜਵਾਨੋ, ਇਹ ਗੱਲ ਨੂੰ ਸਮਝੋ, ਨਸ਼ਿਆਂ ਦਾ ਤਿਆਗ ਕਰੋ, ਜਟਾ ਜੂਟ ਹੋਵੋ, ਰੋਮਾਂ ਦੀ ਬੇਅਦਬੀ ਨਾ ਕਰੋ, ਖੰਡੇ ਬਾਟੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਤੇ ਜਿਹੜੇ ਅੰਮ੍ਰਿਤਧਾਰੀ ਹੈ ਇਹ ਵੀ ਇੱਕ ਦੂਜੇ ਨਾਲ ਨਫ਼ਰਤ ਨਾ ਕਰੋ, ਇਹਨਾਂ ਨੂੰ ਵੀ ਰਲ ਕੇ ਚੱਲਣਾ ਚਾਹੀਦਾ। ਉਹ ਜਿਹੜੇ ਇਹਨਾਂ ਨਾਲ ਦੇਖਦੇ ਆ ਉਹ ਕਹਿੰਦੇ ਅੰਮ੍ਰਿਤਧਾਰੀ ਜਿਹੜੇ ਇਹਨਾਂ ਦਾ ਦੇਖ ਲਓ। ਗੱਜ ਕੇ ਬੋਲੋ ਇਤਫਾਕ, ਪਿਆਰ, ਚੜ੍ਹਦੀ ਕਲਾ। ਜਿਹੜੇ ਬੰਦਾ ਬਹਾਦਰ ਪੜਿਆ ਉਹਨੇ ਕਿਹਾ ਦੇਖੀਏ ਵੀ ਇਹਨਾਂ ਦਾ 8 ਮਹੀਨੇ ਘੇਰਾ ਪਿਆ, ਲੜਦੇ ਰਿਹਾ। ਇਹਨਾਂ 'ਚ ਕੀ ਸੀ? ਇੱਕ ਪ੍ਰਸ਼ਾਦਾ ਦਿੱਤਾ ਗਿਆ, ਬਾਬੇ ਬੰਦੇ ਸਿੰਘ ਕੋ ਆ ਗਿਆ। ਉਹ ਕਹਿਣ ਲੱਗੇ ਜਿਹੜਾ ਸਾਡੇ ਸਭ ਨੂੰ ਛੋਟਾ ਬੱਚਾ ਉਹਨੂੰ ਦਿਓ, ਬੱਚੇ ਨੂੰ ਭੁੱਖ ਲੱਗ ਜਾਂਦੀ ਆ।
ਉਹ ਬੱਚੇ ਵੀ ਬੜੇ ਚੰਡੇ ਹੋਏ ਸੀ, ਜਿਵੇਂ ਬਾਬਾ ਜੋਰਾ ਬਾਬਾ ਫਤਿਹ ਸਿੰਘ ਤੇ ਬੰਦੇ ਬਹਾਦਰ ਦਾ ਤਾਂ 4.5 ਸਾਲ ਦਾ ਪੁੱਤਰ ਅਜੈ ਸਿੰਘ ਸ਼ਹੀਦ ਹੋਇਆ। ਉਹਨਾਂ ਦੀ ਘਰ ਵਾਲੀ ਵੀ ਧਰਮ ਯੁੱਧ ਲੜਦੀ ਰਹੀ। ਉਹ ਮਹਾਰਾਜਾ ਉਦੇ ਸੈਨ ਚੰਬੇ ਦਾ, ਉਹਦੇ ਭਰਾ ਪ੍ਰਤਾਪ ਸਿੰਘ ਦੀ ਲੜਕੀ ਸੀ ਮਾਤਾ ਸੁਸ਼ੀਲ ਕੌਰ, ਜੰਗ ਲੜਦੀ ਰਹੀ ਗੁਰਦਾਸਪੁਰ ਬਰਾਬਰ ਮੁਤਵਾਤਰ। ਪਰ ਅਕਸਰ ਉਹਦੇ ਜੁਗਨ ਤੇ ਲੱਟੂ ਸੀ, ਜਿਵੇਂ ਹੁਣ ਧਰਮ ਬਚਾਇਆ। ਇੱਕ ਮਿਸਾਲ ਉਹ ਅਸੀਂ ਨੈਟ ਤੇ ਵੀ ਪਾ ਦਿੱਤੀ ਹੈ ਬੁੱਕ, ਉਹ ਪੜ੍ਹ ਲਿਓ। ਸੋ ਇਸ ਵਾਸਤੇ ਇੰਗਲਿਸ਼ 'ਚ ਵੀ ਹੈ, ਪੰਜਾਬੀ 'ਚ ਵੀ ਕਰ ਦਿੱਤੀ ਹੋ। ਰੌਂਗਟੇ ਖੜੇ ਹੋ ਜਾਂਦੇ ਆ। ਲਾਲ ਕਿਲੇ ਦੀ ਕੈਦਣ ਕਿਸ ਤਰ੍ਹਾਂ ਲਾਲ ਕਿਲੇ 'ਚ ਰਹੀ, ਕਿਵੇਂ ਆਪਣਾ ਜੱਤ ਸਤ ਬਚਾਇਆ। ਬੀਬੀਆਂ ਨੂੰ ਬੁੱਕ ਪੜ੍ਹ ਲੈਣੀ ਚਾਹੀਦੀ। ਸੋ ਸਾਧ ਸੰਗਤ ਜੀ ਕਿ ਉਹ ਕਹਿਣ ਲੱਗਾ ਜਿਹੜਾ ਜ਼ਿਆਦਾ ਬਜ਼ੁਰਗ ਹੁੰਦਾ ਉਹਨੂੰ ਵੀ ਭੁੱਖ ਜ਼ਿਆਦਾ ਲੱਗਦੀ ਹੁੰਦੀ ਹੈ, ਉਹਨੂੰ ਦੇ ਦਿਓ। ਜਦੋਂ ਬਜ਼ੁਰਗ ਆਈ ਕਹਿੰਦੇ ਨੌਜਵਾਨ ਦੀ ਜੱਟ ਰਾਗਨ ਤੇਜ, ਨੌਜਵਾਨ ਨੂੰ ਉਹ ਘੁੰਮ ਘੁਮਾ ਕੇ ਬੰਦੇ ਬਹਾਦਰ ਕੋਫੇ ਫੁਲਕਾ ਗਿਆ। ਕਹਿੰਦੇ ਜਿੰਨੇ ਆ ਜਿਹੜੇ ਦੁਸ਼ਟ ਸਾਡੀ ਪਰਖ ਕਰਦੇ, ਉਨੇ ਭੋਰੇ ਕਰਕੇ ਸਾਰਿਆਂ ਨੂੰ ਵੰਡ ਦਿਓ। ਵੰਡ ਖਾਣਾ ਬੰਦਗੀ, ਦਿਖਾ ਖਾਣਾ ਸ਼ਰਮਿੰਦਗੀ, ਲੁਕੋ ਖਾਣਾ ਗੰਦਗੀ। ਇਹ ਬਰਕਤ ਹੈ ਕਹਿੰਦੇ ਇਹਨਾਂ 'ਚ, ਇਤਫਾਕ। ਸੋ ਸਮਾਂ ਨੇੜੇ ਹੁੰਦਾ ਜਾ ਰਿਹਾ। ਸੁਣੀਏ ਸ਼ਬਦ ਦੀ ਵਿਚਾਰਧਾਰਾ। ਦਾਸ ਕਾ ਦੁਖ ਬਿਦਾਰਿਓ। ਜਿਹੜਾ ਦਾਸ ਬਣ ਜਾਂਦਾ ਉਹਦੇ ਮਹਾਰਾਜ ਸਾਰੇ ਦੁੱਖ ਦੂਰ ਕਰ ਦਿੰਦੇ। ਉਹ ਦੁੱਖ ਨੂੰ ਦੁੱਖ ਹੀ ਨਹੀਂ ਮੰਨਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਵਾਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮੰਨੇ, ਉਹ ਆਤਮਕ ਮੰਡਲ ਵਿੱਚ ਚਲੇ ਜਾਂਦਾ ਹੈ। ਹਰਿ ਜਨ ਰਾਖੇ ਗੁਰ ਗੋਬਿੰਦ। ਜਿਹੜੇ ਹਰੀ ਦੇ ਜਨ ਬਣ ਜਾਂਦੇ ਨਾ, ਗੁਰੂ ਜੋ ਸਾਰਿਆਂ ਦੇ ਸ਼੍ਰੋਮਣੀ, ਗੋਇੰਦਰੀਆਂ ਦੇ ਬਿੰਦ ਪ੍ਰਕਾਸ਼ਕ, ਉਹ ਉਹਨਾਂ ਦੀ ਰੱਖਿਆ ਕਰਦੇ ਹਨ। ਕੰਠ ਲਾਏ ਅਵਗਣ ਸਭ ਮੇਟੇ। ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਉਹਨਾਂ ਦੇ ਸਾਰੇ ਔਗਣਾਂ ਨੂੰ ਮਿਟਾ ਦਿੰਦੇ। ਜਿਵੇਂ ਸਵੇਗ ਸਿੰਘ ਤੇ ਸਵਾਜ ਸਿੰਘ ਸੀ, ਉਹ ਤੁਰਕੜਿਆਂ ਨੇ ਕੀ ਕੀਤਾ, ਸ਼ੈਤਾਨੀ ਕਹਿੰਦੇ ਤੇਰਾ ਪਿਓ ਮੁਸਲਮਾਨ ਹੋਣਾ ਮੰਨ ਗਿਆ, ਉਹਨੂੰ ਕਹਿੰਦੇ ਤੇਰਾ ਪੁੱਤ ਮੰਨ ਗਿਆ। ਸ਼ੈਤਾਨੀ ਸਵੇਗ ਸਿੰਘ ਨੂੰ ਕਹਿੰਦੇ ਤੇਰਾ ਪੁੱਤ ਮੰਨ ਕੇ, ਮੇਰਾ ਪੁੱਤ ਸਿੰਘ ਦਾ ਉਹ ਮੰਨ ਜਾ, ਇਹ ਗੱਲ ਨਹੀਂ ਹੋ ਸਕਦੀ। ਲਿਆ ਮੈਂ ਕਿੱਥੇ ਆ ਲੈ ਆਂਦਾ, ਕਿਵੇਂ ਬਈ ਚੰਗੀਆ? ਕਹਿੰਦੇ ਮਹਾਰਾਜ ਝੂਠ ਬੋਲਦੇ ਆ। ਮੈਨੂੰ ਕਹਿੰਦੇ ਤੇਰਾ ਪੇ ਮੰਨ ਗਿਆ। ਜਿਹੜੇ ਦੇਖਿਆ ਮੱਥੇ ਦੀ ਇੱਕ ਰੇਖਾ ਥੋੜੀ ਜਿਹੀ ਕਿਰਾਇਆ ਕੋਈ ਟੁੱਟੀ ਦੇਖੀ, ਮਿੱਟੀ ਲਈ 5 ਵਾਰੀ ਮੂਲ ਮੰਤ ਪੜ੍ਹ ਕੇ ਆਉਂ। ਫਿਰ ਕਹਿੰਦੇ ਪੁੱਛੋ, ਕਹਿੰਦੇ ਪਿਤਾ ਜੀ ਬਕਵਾਸ ਕਰਦੇ, ਚਰਖੜੀਆਂ ਦੇ ਤੂੰਬੇ ਤੂੰਬੇ ਹੋ ਗਏ, ਸਿੱਖੀ ਸਿੱਧਕ ਨਹੀਂ ਹਾਰਿਆ। ਉਸ ਵੇਲੇ ਵੀ ਸ਼ਬਦ ਪੜ੍ਹਦੇ ਸੀ, ਧਨ ਘੜੀ ਧਨ ਚਰਖੜੀ, ਧਨ ਅਦਲ ਤੁਮਾਰਾ, ਧਰਮ ਹੇਤ ਸਿਰ ਬਾਰਨਾ, ਇਹ ਗੁਰ ਕਹੇ ਹਮਾਰਾ। ਇਹ ਤਾਂ ਗੁਰਸਿੱਖਾਂ ਦਾ ਜੀਵਨ ਹੈ। ਉਹ ਤਾਂ ਇੱਥੇ ਖੜੇ ਆ ਤੇ ਆਪਾਂ ਕੀ ਕਰਦੇ ਆ, ਇੱਕ ਭੇਡ ਨੂੰ 5-7 ਜਣੇ ਕੋਈ ਪੂਛ ਫੜਦਾ ਪੂਥੀ ਫੇ ਮੁੰਦੇ ਆ, ਉੱਥੇ ਚੱਲ ਜਾਂਦੇ ਆ, ਕੋਈ ਉਸਤਰੇ ਆ ਕੂਚੀਆਂ ਕਾਚੀਆਂ ਤੇ ਬਹਿ ਜਾਂਦੇ ਆ ਮੂੰਹ ਰੱਖ ਕੇ। ਉਹ ਚਟਾਕੀਆਂ ਮਾਰਦਾ ਤੇ ਚਾਹੇ ਫਲਵੈਰੀ ਵਾਲਾ, ਚਾਹੇ ਕੋੜ ਵਾਲਾ, ਚਾਹੇ ਏਡ ਵਾਲਾ, ਚਾਹੇ ਕਰੋਨਾ ਸਭ ਚਿੰਬੜਿਆ ਹੋਵੇ, ਉਹ ਗੰਦੇ ਉਸਤਰੇ ਬਲੇਡ ਸਾਡੇ ਮੂੰਹਾਂ ਤੇ ਘੁੰਮਦੇ ਆ। ਸਾਡੀ ਅਣਖ ਗੈਰਤ ਕਿੱਥੇ ਚਲੇ ਗਈ? ਤੇ ਜਿਹੜੇ ਗੁਰਦੁਆਰੇ ਆਣਾ, ਫਿਰ ਹੱਥ ਡੂਨਾ ਪ੍ਰਸ਼ਾਦ ਦਾ, ਸਿਰ ਦੋਰੀ ਦਸਤਾਰ, ਮੁੱਛਾਂ ਪੱਖੋਂ ਮੌਲਵੀ, ਵੇਖਣ ਨੂੰ ਸਰਦਾਰ। ਇਹ ਸਾਡਾ ਕਿਰਦਾਰ ਅੱਜ ਕੱਲ੍ਹ ਬਣਿਆ ਹੋਇਆ। ਅਸੀਂ ਜੀ ਸਰਦਾਰ ਸਾਹਿਬ ਹਾਂ। ਸਰਦਾਰੀ ਕਿੱਥੇ ਹੈ? ਉਹ ਸਾਡੇ ਡੇਰੇ ਦਾ ਪ੍ਰੇਮੀ ਹੁੰਦਾ ਹੈ ਯੂਪੀ ਜੋਗਿੰਦਰ ਸਿੰਘ। ਮੈਂ ਕਿਹਾ ਤੂੰ ਦਾੜਾ ਕਦੋਂ ਰੱਖ ਲਿਆ? ਕਹਿੰਦਾ ਮਾਰਾ ਭਈਆਂ ਨੇ ਰਖਾਤਾ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਜੀ ਇੱਕ ਦਿਨ ਭਈਆਂ ਨਾਲ ਗੱਲਬਾਤ ਹੋ ਗਈ, ਉਹਨੇ ਫੜ ਕੇ ਮੈਨੂੰ ਕੁੱਟਿਆ। ਕਹਿੰਦੇ ਜਦੋਂ ਸਾਡੇ ਸਰਦਾਰ ਗਏ, ਤੁਸੀਂ ਸਾਡਾ ਬੰਦਾ ਕੁੱਟਿਆ? ਉਹ ਕਹਿੰਦੇ ਨਹੀਂ सरदार जी, हमने तुम्हारा बंदा नहीं कूटा, हमने तो अपना भैया कूटा, क्योंकि मूँह सिर मुनिया सी। कहते बस वो जी भईया दी उतों कहता तरक खा के हुण मैं दाड़ी गे रखे तो अंमृत छकिया। मैं क्या फिर भी चंगा रह गया। तो अजकल तो इन्ने ढीठ बन गए, जिन्ना मर्जी सुनी जी मनते ही नहीं। मन लेना चाहिए। महाराज कहते मन्ने की गत कही ना
ਜਾਏ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਹਾਂਜੀ ਅੱਗੇ ਪੜੋ। ਦਇਆਲ ਪੁਰਖ ਬਖਸ਼ੰਦ, ਉਹ ਪੁਰਖ ਪਰਮਾਤਮਾ ਦਿਆਲੂ ਆ, ਜੇ ਉਹਦੀ ਸ਼ਰਨ ਚ ਆ ਕੇ ਆਪਣੇ ਗੁਨਾਹ ਮੰਨ ਲਈਏ ਤੇ ਗਾਹਾਂ ਨਹੀਂ ਕਰਾਂਗੇ ਫਿਰ ਉਹ ਬਖਸ਼ਣ ਦਾ। ਕਿਉਂਕਿ ਮਹਾਰਾਜ ਕਹਿੰਦੇ ਨਾ ਪਿਛਲੇ ਔਗਣ ਬਖਸ਼ ਲੈ ਪ੍ਰਭਾਗੈ ਮਾਰਗ ਪਾਵੈ। ਪਰ ਅਸੀਂ ਕੀ ਕਰਦੇ ਹਾਂ? ਪਾਪ ਕਰੇ ਪੰਚਾਂ ਕੇ ਵਾਸਰੇ, ਤੀਰਥ ਨਾਇਕ ਐਸਾ ਉਤਰੇ, ਬੌਰ ਕਮਾਏ ਹੋਏ ਨਿਸ਼ੰਕ, ਜੰਪੁਰ ਬਾਂਧ ਖਰੇ ਕਾਲੰਕ। ਸਾਡੀ ਹਾਲਤ ਐਸੀ ਬਣਦੀ ਜਾ ਰਹੀ ਹੈ। ਪਰ ਗਾਹਾਂ ਵਾਸਤੇ ਜੇ ਬੇਨਤੀ ਕਰੀਏ ਕਿ ਮਹਾਰਾਜ ਬਖਸ਼ ਦਿਓ, ਮਹਾਰਾਜ ਦਇਆ ਕਰਕੇ ਬਖਸ਼ ਦਿੰਦੇ ਹਨ। ਵਿਸਰਾਮ ਦੇ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜੋ ਮੰਗੇ ਠਾਕਰ ਆਪਣੇ ਤੇ, ਜਦੋਂ ਹਰੀ ਦਾ ਜਨ ਦਾਸ ਬਣ ਕੇ ਨਾ ਆਪਣੇ ਗੁਰੂ ਤੋਂ ਜੋ ਵੀ ਮੰਗੇਗਾ ਤੇਰੀ ਮੰਗ ਪੂਰੀ ਹੋ ਜੂ। ਪਹਿਲੀ ਗੱਲ ਤਾਂ ਜਦੋਂ ਤੂੰ ਗੁਰਮੁਖ ਬਣ ਲਵੇਂਗਾ, ਗੁਰਮੁਖਤਾ ਹੀ ਧਾਰ ਲੈਂਗਾ ਨਾ, ਮੰਗਣ ਦੀ ਲੋੜ ਹੀ ਨਹੀਂ। ਬਿਨ ਬੋਲਿਆ ਸਭ ਕੁਛ ਜਾਣਦਾ, ਉੱਥੇ ਤਾਂ ਫਿਰ ਬੋਲਣ ਦੀ ਲੋੜ ਹੀ ਨਹੀਂ, ਮੰਗਣ ਦੀ ਵੀ ਲੋੜ ਨਹੀਂ। ਮਹਾਰਾਜ ਅੰਤਰਜਾਮੀ ਆ, ਉਹ ਤਾਂ ਆਪੇ ਹੀ ਕਿਰਪਾ ਕਰ ਦਿੰਦੇ ਆ, ਬਖਸ਼ਾਂ ਕਰਦੇ ਆ। ਇਸ ਕਰਕੇ ਜੇ ਮੰਗ ਵੀ ਲਈਏ ਤਾਂ ਵੀ ਕੋਈ ਹਰਜ ਨਹੀਂ। ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨਹੀਂ ਥਾਏ ਤਾਂ ਪੋ ਕਿਹਾ ਕਾੜਾ ਜੀ। ਬੱਚਾ ਵੀ ਚੀਕ ਝਾੜਾ ਨਾ ਪਾਵੇ ਨਾ ਰੋਵੇ ਤੇ ਮਾਂ ਵੀ ਦੁੱਧ ਨਹੀਂ ਨਾ ਦਿੰਦੀ। ਜੇ ਗੁਰੂ ਕੋ ਆਪਾਂ ਮੰਗ ਵੀ ਲਵਾਂਗੇ ਤਾਂ ਡਰ ਵੀ ਕੋਈ ਨਹੀਂ, ਆਪਣੇ ਗੁਰੂ ਤੋਂ ਮੰਗਣਾ ਕੋਈ ਹਰਜ ਨਹੀਂ ਹੈ। ਪਰ ਜੋਗ ਮੰਗ, ਅਜੋਗ ਮੰਗ ਨਹੀਂ ਕਰਨੀ। ਗੁਰਮਤ ਦੇ ਅਨੁਸਾਰ, ਅਸੂਲ ਦੇ ਮੁਤਾਬਕ। ਇਹ ਨਾ ਹੋਵੇ ਉਹ ਚੋਰ ਆਏ ਨਾ ਆਨੰਦਪੁਰ ਕਿ ਮਹਾਰਾਜ ਸਾਡੀਆਂ 3 ਚੋਰੀਆਂ ਹੋ ਜਾਣ, ਭੇਟਾ ਚੜਾਵਾਂਗੇ। ਉਹ ਗੱਲ ਤਾਂ ਬਣ ਗਈ, ਗਾਂ ਤੇ ਗਾਂ ਹੋਰ ਹੋ ਗਈਆਂ। ਜੜਾ ਮਹਾਰਾਜ ਸਾਡੀ ਚੋਰੀ, ਸਾਡੀ ਚੋਰੀ। ਮਹਾਰਾਜ ਕਹਿਣ ਲੱਗੇ ਭਾਈ ਉਦੈ ਸਿੰਘ ਨੂੰ, ਉਹ ਉੱਥੇ ਫਿਰਦੇ ਆ, ਟਿੱਕੇ ਛਿੱਕੇ ਲਾਏ ਹੋਏ ਆ, ਜੰਜੂ ਜੰਜੂ ਪਾਏ ਆ, ਤੇ ਫੜ ਲਿਓ ਕੰਨਾਂ ਤੋਂ। ਫੜ ਲਿਆਂਦੇ। ਮਹਾਰਾਜ ਕਹਿੰਦੇ ਕਿਉਂ ਬਈ, ਤੁਸੀਂ ਤਾਂ 3 ਚੋਰੀਆਂ ਮੰਨੀਆਂ ਹੀ ਸੋਕਣਾ, ਹੁਣ ਕਿੰਨੀਆਂ ਕੀਤੀਆਂ? ਦੱਸੋ ਸਜ਼ਾ, ਦੱਸੋ ਹੁਣ ਸਜ਼ਾ। ਤੇ ਹੁਣ ਕੀ ਬੋਲਣ? ਮਹਾਰਾਜ ਕਹਿੰਦੇ ਜੇ ਅੱਜ ਤੋਂ ਬਾਅਦ ਸ਼ਿਕਾਇਤ ਆ ਗਈ ਨਾ ਤੇ ਯਾਦ ਰੱਖਿਓ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਸਮਰੱਥ ਹੈ, ਉੱਥੇ ਹੇਰਾ ਫੇਰੀ ਚੱਲਦੀ ਨਹੀਂ ਹੈ। ਪਰ ਜੇ ਕੋਈ ਸ਼ਰਧਾ ਨਾਲ ਕਿ ਜੋ ਮੰਗ ਮੰਗਦਾ ਪਾਤਸ਼ਾਹ ਪੂਰੀ ਕਰਦੇ ਹਨ। ਸੋਈ ਸੋਈ ਦੇਵੈ, ਉਹ ਦਾਤ ਦੁੱਧ ਦੀ, ਪੁੱਤ ਦੀ, ਨਾਮ ਦੀ, ਨਾਮ ਪਦਾਰਥ, ਜਨਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹ ਸਾਰਾ ਕੁਝ ਮਹਾਰਾਜ ਤੋਂ ਮਿਲ ਜਾਂਦਾ ਹੈ। ਨਾਨਕ ਦਾਸ ਮੁਕਤੇ ਜੋ ਬੋਲੇ। ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਨਾਨਕ ਦਾ ਦਾਸ ਬਣ ਜਾਂਦਾ ਨਾ, ਨਾਮ ਸ਼ਬਦ ਦੀ ਕਮਾਈ ਕਰਦਾ, ਜੋ ਬੋਲਦਾ ਉਹ ਪੂਰਾ ਹੋ ਜਾਂਦਾ ਹੈ। ਇਹਾਂ ਉਹਾਂ ਸੱਚ ਹੋਵੇ, ਇੱਥੇ ਵੀ ਤੇ ਅਗਲੇ ਲੋਕ ਵੀ ਜੋ ਬੋਲਿਆ ਸੱਚ ਹੁੰਦਾ। ਜਿਵੇਂ ਐਸਡੀਐਮ ਆ, ਉਹਦਾ ਤਹਿਸੀਲ ਚ ਚੱਲਦਾ, ਡੀਸੀ ਦਾ ਜ਼ਿਲ੍ਹੇ, ਐਮਐਲਏ ਜਾਂ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਦੇਸ਼ ਵਿੱਚ। ਤੇ ਜਿਹੜਾ ਸੰਤ ਆ ਉਹਦਾ ਕਿਹਾ ਜਾਂ ਕਾ ਕਹਿਆ ਦਰਗਾਹ ਚੱਲਦਾ, ਦਰਗਾਹ ਤੱਕ ਉਹਦਾ ਬਚਨ ਚੱਲਦਾ। ਜੋ ਬੋਲ ਦਿੰਦਾ ਪਰਮਾਤਮਾ ਵੀ ਉਹਦਾ ਕਹਿਣਾ ਮੋੜਦਾ ਨਹੀਂ, ਪਰਮਾਤਮਾ ਵੀ ਉਹਨਾਂ ਦਾ ਕਹਿਣਾ ਮੰਨ ਲੈਂਦਾ। ਏਡੀ ਵੱਡੀ ਤਾਕਤ ਰੱਬ ਦੇ ਪਿਆਰਿਆਂ ਨੂੰ ਪਰਮੇਸ਼ਰ ਨੇ ਦਿੱਤੀ ਹੈ, ਬਖਸ਼ਿਸ਼ ਕਰਦਾ। ਇਹ ਸਤਿਸੰਗਿਓ ਨਾਮ ਰੂਪੀ ਅੰਮ੍ਰਿਤ ਬਾਣੀ ਦੀ ਵਿਚਾਰਧਾਰਾ ਆਪ ਨੇ ਸਰਵਣ ਕੀਤੀ ਹੈ। ਰਾਗੀ ਸਿੰਘ ਆ ਗਿਆ ਕਿ ਨਹੀਂ? ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ। ਕਿਉਂਕਿ ਪਹਿਲਾਂ ਜਦੋਂ ਆਏ ਆ ਤੇ ਭਾਈ ਬਲਵੀਰ ਸੁਣੇ ਡਾਕਟਰ ਸਾਹਿਬ ਇੱਥੇ ਆਏ, ਫਿਰ ਟਰੇਸੀ ਉਥੋਂ ਰੋਜ਼ ਆਉਣਾ, ਤੇ ਟਕਸਾਲ ਦਾ ਸਥਾਨ ਸੀ ਤੇ ਕਥਾ ਵਾਰਤਾ। ਪਹਿਲਾਂ ਥੋੜਾ ਜਿਹਾ ਹਊਆ ਜਿਹਾ ਵੀ ਬਣਿਆ ਹੋਇਆ ਸੀ, ਹੋ ਗਿਆ ਸੀ ਨਾ ਮਾੜਾ ਜਿਹਾ ਬੋਲਬਰ ਵਾਲਾ, ਤੇ ਡਰਦੇ ਸੀ। ਮੈਂ ਕੋਈ ਗੱਲ ਨਹੀਂ, ਅਸੀਂ ਤਾਂ ਜਿੱਥੇ ਜਾਈਏ ਨਾ ਉੱਥੇ ਏਕਤਾ ਪਾ ਕੇ ਪੈਦਾ ਕਰੀਦਾ, ਔਰ ਸ਼ਬਦ ਬਾਣੀ ਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਕਰੀਦੀ ਹੈ। ਕਿਉਂਕਿ ਜਿਹੜੇ ਸ਼ਬਦ ਤੋਂ ਬਾਹਰ ਚਲ ਜਾਈਏ ਨਾ
फिर बड़ा विवाद शुरू हो जाता। पांडवां ने मंदिर बनाए, महल बनाए, दुर्योधन भी सद लिया। वो फर्श जिथे सुक्का सी गिला, तो जिथे गिला उत्थे सुक्का। वो दुर्योधन डिग पिया, द्रौपदी उत्थे बैठी, कहते अन्ने दा अन्ना ही रहा। इथों महाभारत का मुंड वज गया। ताही महाराज कहते हैं, नानक फिक्का बोलिया तन मन फिक्का होए, फिक्का बोल बुगचना सुन मूर्ख मन आ जान। तुलसी है संसार में, पांच रत्न है सार, मिठा बोलन, निभ चलन, दया दान उपकार। मिठा बोलना, निमरता न चलना, दया करनी बालक बुढ़े रोगी ते पशु ते जानवर ते, निभ चलन दया करनी, दान लोड़ करन कोई चीज देनी, और उपकार परोपकार करना। ये पांच चीज़ां संसार ते सार वस्तुआं, इन्हों ग्रहण कर लो बरकतां। अज तो हुण सानूं मां पे ते दया नहीं आउंदी, बुढ़े बुढ़ियां धक्के खांदे फिरदे, बालकां ते नहीं दया आउंदी। साडियां बीबियां नूं कोई वहम इहो जिहा पंजाब च पा गया, जे कहिए बीबियां बच्चों के केस नहीं रखदियां, कहंदे जी जूड़ा रखण नाल धौण जिहड़ी है ना वो पतली हो जाती है। मैं कहा निहंग ਸਿੰਘ अरड़े दमाले से आउंदे आ, पुराने बुढ़े सिर ते अरड़ियां पंडा बोरियां चकदे सी, उन्हां दी धौण तां होई नहीं। पता नहीं कौन पुठी मत इन्हां नूं दे गया। हुण किहड़ी किहड़ी गल दसी है, तंद नहीं टुटे ताणियां टुटियां होईयां। पर जे हुण आपां वेसले हो के बैठे रहीए, गंढण ना पाईए, फिर भी गल नहीं बनती। ये भी साडी ड्यूटी लाई है, तो करनी पैनी है, करनी चाहिए है। सो इन्नियां बेनतियां प्रवान करियो। ते महाराज सच्चे पातशाह किरपा करन। आई संगत दा बहुत बहुत धन्यवाद। जी आया। महाराज सब नूं नामदान सिੱਖੀ दान भरोसा तंदुरुस्ती दी दात बख्शिश करन। प्रबंधकां दा, समूह सेवादारां दा, रागी सिंह, ज्ञानी सिंह, ढाडी सिंह, ग्रंथी सिंह, सारियां दा बहुत बहुत धन्यवाद। महाराज किरपा करन। खालसा पंथ विच एकता, उत्पाक, प्यार, चढ़दी कला बख्शिश करन। वाहिगुरू जी का खालसा, वाहिगुरू जी की फतेह।